ਦੁਖੀਆਂ ਦੇ ਦਰਦੀ। ਦੁਖੀਆਂ ਦੀ ਸਹਾਇਤਾ ਕਰਨ ਵਾਸਤੇ ਬਾਬਾ ਜੀ ਸਦਾ ਹੀ ਤਤਪਰ ਰਹਿੰਦੇ। ਇਸੇ ਨੂੰ ਹੀ ਮੁੱਖ ਰੱਖ ਕੇ ਆਪ ਜੀ ਸਾਲ ਵਿੱਚ 2 ਵਾਰ ਅੱਖਾਂ ਦੇ ਆਪਰੇਸ਼ਨਾਂ ਦਾ ਫ੍ਰੀ ਕੈਂਪ, ਮੁਫਤ ਕੈਂਪ ਚੰਗੇ ਚੰਗੇ ਡਾਕਟਰ ਸਦਕੇ ਲਗਵਾਉਂਦੇ। ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ। ਹਰ ਕੈਂਪ ਵਿੱਚ ਤਕਰੀਬਨ 200 ਜਾਂ ਇਸ ਤੋਂ ਵੀ ਵੱਧ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਕੀਤੇ ਜਾਂਦੇ, ਜਿਸ ਵਿੱਚ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋੜਵੰਦ ਮਨੁੱਖ ਲਾਭ ਪ੍ਰਾਪਤ ਕਰਦੇ। ਬਿਨਾਂ ਕਿਸੇ ਵਿਤਕਰੇ ਦੇ ਹਰ ਇੱਕ ਮਰੀਜ਼ ਦੀ ਲੋੜ ਤੋਂ ਵੱਧ ਸੇਵਾ ਕਰਦੇ ਤੇ ਕਰਵਾਉਂਦੇ। ਕਈ ਮਰੀਜ਼ ਤਾਂ ਇਸ ਅਸਥਾਨ ਦੀ ਸੇਵਾ ਤੇ ਪਿਆਰ ਤੋਂ ਪ੍ਰਭਾਵਿਤ ਹੋ ਕੇ ਛੁੱਟੀ ਮਿਲਣ ਤੋਂ ਪਿੱਛੋਂ ਵੀ ਕਈ ਦਿਨ ਗੁਰਦੁਆਰੇ ਟਿਕਾਣਾ ਰੱਖਦੇ ਤੇ ਘਰ ਜਾਣ ਦਾ ਨਾਂ ਵੀ ਨਾ ਲੈਂਦੇ। ਬਹੁਤੇ ਮਰੀਜ਼ ਇਸ ਸੇਵਾ ਅਤੇ ਪਿਆਰ ਦਾ ਪ੍ਰਭਾਵ ਲੈ ਕੇ ਗੁਰੂ ਕੀ ਸ਼ਰਨ ਨੂੰ ਗ੍ਰਹਿਣ ਕਰ ਲੈਂਦੇ, ਭਾਵ ਅੰਮ੍ਰਿਤ ਪਾਨ ਕਰਕੇ ਗੁਰਸਿੱਖ ਸੱਜ ਜਾਂਦੇ। ਲੋੜਵੰਦਾਂ ਨੂੰ ਚੰਗੀਆਂ ਸੋਹਣੀਆਂ ਐਨਕਾਂ ਵੀ ਬਣਵਾ ਕੇ ਦਿੱਤੀਆਂ ਜਾਂਦੀਆਂ। ਦੱਸਣ ਤੋਂ ਭਾਵ ਕਿ ਬਾਬਾ ਜੀ ਹਰ ਜੀਵ ਵਿੱਚ ਪਰਮੇਸ਼ਰ ਦੀ ਜੋਤ ਜਾਣ ਕੇ ਉਸ ਦੀ ਸੇਵਾ ਕਰਦੇ ਅਤੇ ਸੰਗਤ ਨੂੰ ਵੀ ਪ੍ਰੇਰਨਾ ਦਿੰਦੇ ਕਿ ਲੋੜਵੰਦ ਦੁਖੀ ਰੋਗੀ ਦੀ ਸਹਾਇਤਾ ਜਾਂ ਉਸ ਨਾਲ ਹਮਦਰਦੀ ਕਰਕੇ ਜੋ ਉਸ ਦੀ ਅਸੀਸ ਪ੍ਰਾਪਤ ਕਰਨੀ ਹੈ, ਇੰਜ ਜਾਣ ਲਵੋਗੇ ਗੁਰੂ ਕੀ ਅਸੀਸ ਪ੍ਰਾਪਤ ਕਰਨ ਦੇ ਹੀ ਬਰਾਬਰ ਹੈ। ਕਿਉਂਕਿ ਸਭ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਸਭ ਮੈਂ ਜੋਤ, ਜੋਤ ਹੈ ਸੋਏ, ਤਥਾ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਮੰਦਾ ਕਿਸਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀ। ਬਾਬਾ ਕਬੀਰ ਜੀ ਦਾ ਬਚਨ ਹੈ ਪ੍ਰਭਾਤੀ ਰਾਗ ਵਿੱਚ, ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋਹ ਭਾਈ, ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹਿਓ ਸਰਬ ਠਾਈ ਰਹਾਓ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕਿਛ ਹੋਈ। ਹੁਕਮ ਪਛਾਨੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਅੱਲਾਹੁ ਅਲਖ ਨ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਰੰਜਨ ਡੀਠਾ। ਜੇ ਕਿਸੇ ਨੇ ਪ੍ਰਮਾਤਮਾ ਦੀ ਖੁਸ਼ੀ ਲੈਣੀ ਹੈ ਤਾਂ ਉਸ ਨੂੰ ਪਰਮੇਸ਼ਰ ਸ੍ਰਿਸ਼ਟੀ ਵਿੱਚ ਰਮਿਆ ਜਾਣ ਕੇ ਵਿਚਰਨਾ ਹੋਵੇਗਾ। ਉਹਨਾਂ ਗੁਰਮੁਖਾਂ ਨੂੰ ਭਲੀ ਭਾਂਤ ਪਤਾ ਹੈ ਜਿਨ੍ਹਾਂ ਨੂੰ ਬਾਬਾ ਜੀ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਕਿ ਬਾਬਾ ਜੀ ਦੀ ਦ੍ਰਿਸ਼ਟੀ ਸਮਤਾ ਵਾਲੀ ਸੀ। ਜਿਵੇਂ 10ਵੇਂ ਗੁਰਦੇਵ ਜੀ ਨੇ ਅਕਾਲ ਉਸਤਤ ਵਿੱਚ ਅੰਕਿਤ ਕੀਤਾ ਹੈ, ਕੋਊ ਭਇਓ ਮੁੰਡਿਆ ਸੰਨਿਆਸੀ, ਕੋਊ ਜੋਗੀ ਭਇਓ, ਕੋਈ ਬ੍ਰਹਮਚਾਰੀ, ਕੋਊ ਜਤੀਨ ਮਾਨਬੋ, ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸ਼ਾਫੀ, ਮਾਨਸ ਕੀ ਜਾਤ ਸਭ ਏਕੈ ਪਹਿਚਾਨਬੋ। ਕਰਤਾ ਕਰੀਮ ਸੋਈ, ਰਾਜ਼ਕ ਰਹੀਮ ਓਈ, ਦੂਸਰੋ ਨਾ ਭੇਦ ਕੋਈ, ਭੂਲ ਭਰਮ ਮਾਨਬੋ। ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਭੈ ਏਕੈ ਜੋਤ ਜਾਨਬੋ। ਅਤੇ ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਬਾਬਾ ਜੀ ਸਾਰਿਆਂ ਵਿੱਚ ਉਸ ਪ੍ਰਮਾਤਮਾ ਦੀ ਜੋਤ ਜਾਣ ਕੇ ਸਭ ਨਾਲ ਬਰਾਬਰਤਾ ਵਾਲਾ ਵਰਤਾਓ ਕਰਦੇ ਸਨ, ਚਾਹੇ ਕੋਈ ਅਮੀਰ ਹੋਵੇ, ਚਾਹੇ ਕੋਈ ਗਰੀਬ, ਚਾਹੇ ਕੋਈ ਉੱਚ ਜਾਤ ਵਾਲਾ ਹੋਵੇ ਜਾਂ ਨੀਵੀਂ ਜਾਤ ਨਾਲ ਸੰਬੰਧਿਤ ਹੋਵੇ, ਚਾਹੇ ਗੁਰਸਿੱਖ ਹੋਵੇ ਜਾਂ ਕਿਸੇ ਹੋਰ ਮਤ ਨਾਲ ਸੰਬੰਧ ਰੱਖਣ ਵਾਲਾ। ਸਭ ਨਾਲ ਇੱਕੋ ਜਿਹਾ ਪਿਆਰ ਤੇ ਵਰਤਾਓ ਕਰਿਆ ਕਰਦੇ ਸਨ। ਬਾਬਾ ਜੀ ਦੇ ਪਿਆਰ ਦਾ ਦਾਇਰਾ ਇਤਨਾ ਵਿਸ਼ਾਲ ਸੀ ਕਿ ਜੋ ਪ੍ਰਾਣੀ ਇੱਕ ਵਾਰ ਵੀ ਬਾਬਾ ਜੀ ਦੇ ਸੰਪਰਕ ਵਿੱਚ ਆ ਗਿਆ, ਇੰਜ ਮਹਿਸੂਸ ਕਰਦਾ ਸੀ ਕਿ ਬਾਬਾ ਜੀ ਮੇਰੇ ਨਾਲ ਜਿੰਨਾ ਪਿਆਰ ਕਰਦੇ ਹਨ, ਸ਼ਾਇਦ ਹੀ ਹੋਰ ਕਿਸੇ ਨਾਲ ਕਰਦੇ ਹੋਣ। ਉਹਨਾਂ ਦੇ ਕਿਸੇ ਵੀ ਸੰਗਤੀ ਪ੍ਰੇਮੀ ਨੂੰ ਇਸ ਪ੍ਰਥਾਏ ਪੁੱਛ ਲਵੋ, ਉਹ ਇਹੋ ਹੀ ਜਵਾਬ ਦੇਣਗੇ ਕਿ ਮਹਾਂਪੁਰਖਾਂ ਦਾ ਸਭ ਤੋਂ ਵੱਧ ਪ੍ਰੇਮ ਪਿਆਰ ਮੇਰੇ ਨਾਲ ਹੀ ਸੀ। ਗੁਰਸਿੱਖਾਂ ਨੇ ਤਾਂ ਉਹਨਾਂ ਨਾਲ ਪਿਆਰ ਕਰਨਾ ਹੀ ਸੀ, ਸਗੋਂ ਦੂਸਰੇ ਮਤਾਂ ਨਾਲ ਸੰਬੰਧਿਤ ਪ੍ਰੇਮੀ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਦੋਈ ਦਵੈਤ ਜਾਂ ਨਫ਼ਰਤ ਤਾਂ ਬਾਬਾ ਜੀ ਦੇ ਨੇੜੇ ਤੱਕ ਨਹੀਂ ਢੁੱਕੀ ਸੀ। ਜਿੱਥੇ ਆਪ ਜੀ ਗੁਰਸਿੱਖਾਂ ਦੇ ਘਰਾਂ ਵਿੱਚ ਵਿਚਰਦੇ, ਉਹਨਾਂ ਦੀ ਭਾਵਨੀ ਅਨੁਸਾਰ ਲੰਗਰ ਪਾਣੀ ਛਕਦੇ, ਉੱਥੇ ਜੇ ਕੋਈ ਦੂਸਰੇ ਮਤ ਦਾ ਧਾਰਨੀ ਵੀ ਪ੍ਰੇਮ ਨਾਲ ਬਾਬਾ ਜੀ ਨੂੰ ਯਾਦ ਕਰਦਾ ਤਾਂ ਬਾਬਾ ਜੀ ਉਸ ਦੇ ਘਰ ਜਾ ਕੇ ਉਸ ਦੀ ਸ਼ਰਧਾ ਵੀ ਜ਼ਰੂਰ ਪੂਰੀ ਕਰ ਦਿੰਦੇ। ਬਾਬਾ ਜੀ ਆਮ ਕਿਹਾ ਕਰਦੇ ਸਨ ਕਿ ਨਫ਼ਰਤ ਇੱਕ ਐਸਾ ਜ਼ਹਿਰ ਹੈ ਜੋ ਹਿਰਦੇ ਵਿੱਚ ਪਰਮੇਸ਼ਰ ਪਿਆਰ ਦੇ ਬੂਟੇ ਨੂੰ ਜੜ੍ਹਾਂ ਤੋਂ ਹੀ ਗਾਲ ਸੁੱਟਦਾ ਹੈ। ਜਿਸ ਹਿਰਦੇ ਵਿੱਚ ਪਿਆਰ ਨਹੀਂ, ਉਹ ਹਿਰਦਾ ਸੁੰਝਾ ਹੈ, ਖਾਲੀ ਹੈ, ਡਰਾਉਣਾ ਹੈ। ਜਿੱਥੇ ਪਿਆਰ ਹੈ, ਉੱਥੇ ਪਰਮੇਸ਼ਰ ਜੀ ਦਾ ਆਪਣਾ ਵਾਸਾ ਹੈ। ਜਿੱਥੇ ਨਫ਼ਰਤ ਹੈ, ਉਸ ਹਿਰਦੇ ਵਿੱਚ ਸ਼ੈਤਾਨ ਵਸਦਾ ਹੈ। ਹਰ ਪ੍ਰਾਣੀ ਦੇ ਦੁੱਖ ਨੂੰ ਆਪਣਾ ਦੁੱਖ ਜਾਣ ਕੇ, ਤਨ ਮਨ ਧਨ ਕਰਕੇ ਉਸ ਦੀ ਸਹਾਇਤਾ ਕਰਦੇ ਅਤੇ ਪੂਰਨ ਹਮਦਰਦ ਬਣਦੇ। ਸੇਵਾ ਨੂੰ ਹੀ ਭਗਤੀ ਬਣਾਉਣਾ। ਤਕਰੀਬਨ 1968 ਈਸਵੀ ਨੂੰ ਪਿੰਡ ਗੋਂਦਪੁਰ ਵਿੱਚ ਮੁਰੱਬੇਬੰਦੀ ਹੋ ਗਈ, ਜੋ ਗੁਰਦੁਆਰਾ ਸਾਹਿਬ ਦੇ ਕੋਲ ਦੀ ਸੜਕ ਅਗਾਂਹ ਤਲਵੰਡੀ ਬਾਲੇ ਪਿੰਡ ਨੂੰ ਜਾਂਦੀ ਹੈ। ਇਹ ਰਸਤਾ ਉਸ ਵੇਲੇ ਬਹੁਤ ਉੱਚਾ ਨੀਵਾਂ ਸੀ
ਅਤੇ ਰਸਤੇ ਵਿੱਚ ਮਲਿਆਂ ਦੇ ਝਾੜ ਅਤੇ ਸਲਵਾੜ ਆਦਿ ਦੇ ਬੇਅੰਤ ਬੂਝੇ ਸਨ। ਦੁਪਹਿਰ ਤੋਂ ਪਿੱਛੋਂ ਜਿਸ ਵੇਲੇ ਬਾਬਾ ਜੀ ਨੇ ਆਪਣਾ ਨਾਮ ਬਾਣੀ ਦਾ ਨਿਯਮ ਪੂਰਾ ਕਰ ਲੈਣਾ, ਤਦ ਥੋੜਾ ਜਲ ਪਾਣੀ ਛਕ ਕੇ ਮੋਢੇ ਉੱਪਰ ਕਹੀ ਰੱਖ ਲੈਣੀ, ਇੱਕ ਦਾਤਰੀ ਹੱਥ ਵਿੱਚ ਲੈ ਲੈਣੀ ਅਤੇ ਇਸ ਸੜਕ ਵਾਲੇ ਕੱਚੇ ਰਸਤੇ ਵਿੱਚੋਂ ਸਲਵਾੜ ਦੇ ਬੂਝੇ ਪੁੱਟਣ ਤੇ ਉੱਚਾ ਨੀਵਾਂ ਥਾਂ ਪੱਧਰਾ ਕਰਨ ਵਾਸਤੇ ਤੁਰ ਪੈਣਾ। ਕਈ ਵਾਰੀ ਇੱਕ ਦੋ ਸਰੀਰ ਹੋਰ ਵੀ ਸੰਗਤ ਵਿੱਚੋਂ ਨਾਲ ਰਲ ਜਾਣੇ, 2-3 ਘੰਟੇ ਸੇਵਾ ਕਰਕੇ ਵਾਪਸ ਮੁੜ ਆਉਣਾ। ਕਈ ਵਾਰ ਕਈਆਂ ਪ੍ਰੇਮੀਆਂ ਨੇ ਰੋਕਣਾ ਕਿ ਆਪ ਜੀ ਰਹਿਣ ਦੇਵੋ ਬਾਬਾ ਜੀ, ਅਸੀਂ ਹੀ ਇਹ ਸੇਵਾ ਕਰਾਉਂਦੇ ਹਾਂ। ਤਾਂ ਬਾਬਾ ਜੀ ਦਾ ਉੱਤਰ ਹੁੰਦਾ ਸੀ ਕਿ ਜਿਹੜੀ ਸੇਵਾ ਭਾਈ ਤੁਸੀਂ ਕਰੋਗੇ ਉਸ ਦਾ ਫਲ ਤੁਹਾਨੂੰ ਮਿਲਣਾ ਹੈ। ਜੋ ਸੇਵਾ ਮੈਂ ਆਪ ਆਪਣੇ ਸਰੀਰ ਨਾਲ ਕਰਾਂਗਾ ਉਸ ਦਾ ਹੀ ਫਲ ਮੈਨੂੰ ਮਿਲਣਾ ਹੈ। ਸੇਵਾ ਕਰਨ ਨਾਲ ਸਰੀਰ ਸਫਲਾ ਹੁੰਦਾ ਹੈ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ, ਅਤੇ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਏ ਦਾ ਫਰਮਾਨ ਸਾਡੇ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਹੈ। ਰਸਤੇ ਵਿੱਚੋਂ ਦੀ ਲੰਘਣ ਵਾਲੇ ਪ੍ਰੇਮੀਆਂ ਨੂੰ ਸਹੂਲਤ ਮਿਲੇਗੀ ਤੇ ਸੁਤੇ ਸਿੱਧ ਹੀ ਉਹਨਾਂ ਦੇ ਅੰਦਰੋਂ ਅਸੀਸ ਨਿਕਲੇਗੀ। ਉਹ ਨਿਕਲੀ ਹੋਈ ਅਸੀਸ ਆਤਮਕ ਉન્નਤੀ ਵਿੱਚ ਸਹਾਇਕ ਹੁੰਦੀ ਹੈ। ਥੋੜੇ ਸਮੇਂ ਵਿੱਚ ਰਸਤਾ ਪੱਧਰਾ ਹੋ ਗਿਆ, ਪਰ ਰਸਤੇ ਵਿੱਚ ਇੱਕ ਬਰਸਾਤੀ ਨਾਲਾ ਪੈਂਦਾ ਸੀ ਜੋ ਕਾਫੀ ਡੂੰਘਾ ਸੀ। ਉਸ ਵਿੱਚੋਂ ਲੰਘਣਾ ਕਾਫੀ ਕਠਿਨ ਸੀ। ਖਾਸ ਕਰਕੇ ਜ਼ਿਮੀਂਦਾਰ ਲੋਕ ਜਦੋਂ ਗੱਡੇ ਉੱਪਰ ਭਾਰ ਰੱਖ ਕੇ ਲਿਜਾਂਦੇ ਤਾਂ ਮਾੜੇ ਪਸ਼ੂਆਂ ਨੂੰ ਬਹੁਤ ਤਕਲੀਫ ਹੁੰਦੀ। ਜਦੋਂ ਉਹ ਚੜ੍ਹਾਈ ਨਾ ਚੜ੍ਹ ਸਕਦੇ ਤਾਂ ਜ਼ਿਮੀਂਦਾਰ ਡੰਗਰਾਂ ਨੂੰ ਮਾਰਦੇ ਕੁੱਟਦੇ। ਬਾਬਾ ਜੀ ਨੇ ਮਨ ਬਣਾ ਲਿਆ ਕਿ ਲੁਕਾਈ ਅਤੇ ਬੇਜ਼ੁਬਾਨਾਂ ਦੀ ਇਸ ਖੇਚਲ ਨੂੰ ਦੂਰ ਕਰਨ ਲਈ ਇਸ ਬਰਸਾਤੀ ਨਾਲੇ ਉੱਪਰ ਇੱਕ ਪੁਲ ਬਣਾ ਦਈਏ। ਨਾਮੀ ਆਤਮਾ ਅੰਦਰ ਤਾਂ ਫੁਰਨਾ ਆਉਣ ਦੀ ਹੀ ਦੇਰ ਹੁੰਦੀ ਹੈ। ਮਾਇਆ ਆ ਗਈ ਅਤੇ ਉਸ ਨਾਲੇ ਉੱਪਰ 6 ਮਹੀਨੇ ਦੇ ਅੰਦਰ ਹੀ ਪੁਲੀ ਬਣ ਗਈ। ਉਪਰੰਤ 1970 ਵਿੱਚ ਬਾਬਾ ਜੀ ਦੇ ਉਦਮ ਸਦਕਾ ਸਾਰੀ ਸੜਕ ਗੋਂਦਪੁਰ ਤੋਂ ਅਗਾਂਹ ਤੱਕ ਪੱਕੀ ਬਣ ਗਈ, ਜਿਸ ਸਦਕਾ ਗੁਰਦੁਆਰੇ ਤੱਕ ਸਾਰਾ ਰਸਤਾ ਪੱਧਰਾ ਤੇ ਸਾਫ਼ ਹੋ ਗਿਆ। ਮੁਰੱਬੇਬੰਦੀ ਦੇ ਸਮੇਂ ਕੁਝ ਕੁ ਪ੍ਰੇਮੀਆਂ ਨੇ 2 ਕਿੱਲੇ ਦੇ ਕਰੀਬਨ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਦਿੱਤੀ। ਉਸ ਸਾਰੀ ਜ਼ਮੀਨ ਦੀ 4 ਦੀਵਾਰੀ ਪਹਿਲੇ ਡੰਡਾ ਥੋਰਾਂ ਨਾਲ, ਫਿਰ ਇੱਟਾਂ ਦੀ ਕੰਧ ਕੱਢ ਕੇ ਕਰ ਲਈ। ਇਹ ਜ਼ਮੀਨ ਹੁਣ ਗੁਰਦੁਆਰਾ ਸਾਹਿਬ ਦਾ ਇੱਕ ਛੋਟਾ ਜਿਹਾ ਫਾਰਮ ਬਣ ਗਿਆ। ਜਿਸ ਵੇਲੇ ਬਾਬਾ ਜੀ ਭਜਨ ਸਿਮਰਨ ਤੋਂ ਵਿਹਲੇ ਹੁੰਦੇ ਤਾਂ ਇਸ ਫਾਰਮ ਵਿੱਚ ਜੋ ਅੰਬਾਂ, ਬਦਾਮਾਂ ਅਤੇ ਹੋਰ ਫਲਾਂ ਦੇ ਬੂਟੇ ਲਾਏ ਹੁੰਦੇ ਉਹਨਾਂ ਨੂੰ ਗੁੱਡਦੇ, ਜੋ ਸਬਜ਼ੀ ਲਾਈ ਹੁੰਦੀ ਉਸ ਦੀ ਦੇਖਭਾਲ ਕਰਦੇ। ਬਾਬਾ ਜੀ ਨੇ ਸਾਰੇ ਗੁਰਦੁਆਰੇ ਦੇ ਚਾਰੇ ਪਾਸੋਂ ਦਿਨ ਵਿੱਚ ਇੱਕ ਵਾਰ ਜ਼ਰੂਰ ਫੇਰਾ ਮਾਰਨਾ। ਕੋਈ ਛੋਟਾ ਵੱਡਾ ਬਰਤਨ ਜੇਕਰ ਬਾਹਰ ਪਿਆ ਹੋਵੇ ਤਾਂ ਉਸ ਨੂੰ ਚੁੱਕ ਲਿਆਉਣਾ। ਜੇਕਰ ਕੋਈ ਚੀਜ਼ ਬਾਹਰ ਖਰਾਬ ਹੁੰਦੀ ਜਾਪੇ ਤਾਂ ਉਸ ਦੀ ਸਾਰ ਸੰਭਾਲ ਕਰਨੀ। ਕਈ ਵਾਰੀ ਕਈ ਪ੍ਰੇਮੀਆਂ ਨੇ ਸ਼ੰਕਾ ਕਰਨਾ ਕਿ ਤੁਸੀਂ ਖੇਤੀਬਾੜੀ ਜਾਂ ਛੋਟੀਆਂ-ਮੋਟੀਆਂ ਚੀਜ਼ਾਂ ਦੀ ਸਾਰ ਸੰਭਾਲ ਵਿੱਚ ਬਹੁਤ ਧਿਆਨ ਦਿੰਦੇ ਹੋ। ਤਦ ਬਾਬਾ ਜੀ ਨੇ ਜਵਾਬ ਦੇਣਾ ਕਿ ਗੁਰਦੁਆਰਾ ਸਾਹਿਬ ਦੀ ਜੋ ਵੀ ਵਸਤੂ ਹੈ, ਅਸੀਂ ਉਸ ਨੂੰ ਸਤਿਗੁਰੂ ਜੀ ਦੀ ਵਸਤੂ ਜਾਣ ਕੇ ਸਾਰ ਸੰਭਾਲ ਕਰਦੇ ਹਾਂ। ਜੋ ਖੇਤਾਂ ਵਿੱਚ ਬੂਟਿਆਂ ਦੀ ਗੋਡੀ ਅਤੇ ਸੰਭਾਲ ਕਰੀਦੀ ਹੈ, ਮਨ ਵਿੱਚ ਇਹ ਚਾਅ ਹੁੰਦਾ ਹੈ ਕਿ ਇਹ ਸਾਰੇ ਬੂਟੇ ਸਾਡੇ ਮਾਲਕ ਸਤਿਗੁਰੂ ਜੀ ਦੇ ਹਨ, ਸੋ ਮਾਲਕ ਦੇ ਇਹਨਾਂ ਬੂਟਿਆਂ ਦੀ ਸੇਵਾ ਸੰਭਾਲ ਕਰੀਦੀ ਹੈ। ਜਿਵੇਂ ਕਿਸੇ ਨੌਕਰ ਨੇ ਆਪਣੇ ਮਾਲਕ ਨੂੰ ਪ੍ਰਸੰਨ ਕਰਨਾ ਹੋਵੇ ਨਾ, ਤਾਂ ਉਹ ਘਰ ਦੀ ਸਾਰ ਸੰਭਾਲ ਆਪਣਾ ਘਰ ਜਾਣ ਕੇ ਕਰਦਾ ਹੈ। ਘਰ ਨੂੰ ਸੋਹਣਾ ਸਜਾਉਂਦਾ ਹੈ, ਬਾਹਰ ਖਰਾਬ ਹੋ ਰਹੀਆਂ ਚੀਜ਼ਾਂ ਨੂੰ ਬਚਾਉਂਦਾ ਹੈ, ਖੇਤਾਂ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਦਾ ਹੈ। ਉਸ ਨੌਕਰ ਉੱਪਰ ਮਾਲਕ ਦੀ ਬਹੁਤ ਖੁਸ਼ੀ ਹੁੰਦੀ ਹੈ। ਤੇ ਜਿਹੜਾ ਲੰਗਰ ਪਾਣੀ ਛਕ ਕੇ ਸੁੱਤਾ ਰਹੇ ਜਾਂ ਐਵੇਂ ਬਾਹਰ ਘੁੰਮ ਫਿਰ ਕੇ ਸਮੇਂ ਨੂੰ ਅਜਾਈਂ ਹੀ ਗਵਾ ਦੇਵੇ, ਮਾਲਕ ਕਦਾਚਿਤ ਵੀ ਉਸ ਉੱਪਰ ਖੁਸ਼ ਨਹੀਂ ਹੁੰਦਾ। ਸੋ ਅਸੀਂ ਤਾਂ ਸਾਰੇ ਆਪਣੇ ਮਾਲਕ ਦੇ ਕੰਮ ਜਾਣ ਕੇ ਕਰਦੇ ਹਾਂ। ਸੋ ਸਤਿਗੁਰੂ ਜੀ ਦੀ ਖੁਸ਼ੀ ਲੈਣ ਲਈ ਇਹ ਕੰਮਕਾਰ ਕਰੀਦਾ ਹੈ ਕਿ ਕਿਵੇਂ ਨਾ ਕਿਵੇਂ ਸਾਡੇ ਉੱਪਰ ਸਾਡੇ ਗੁਰਦੇਵ ਮਾਲਕ ਜੀ ਦੀ ਖੁਸ਼ੀ ਬਣੀ ਰਹੇ। ਬਾਬਾ ਜੀ ਦਾ ਜੀਵਨ ਤਾਂ 5ਵੇਂ ਪਾਤਸ਼ਾਹ ਦੇ ਇਸ ਵਾਕ ਅਨੁਸਾਰ ਬਣ ਚੁੱਕਾ ਸੀ ਕਿ ਮਨ ਬਚ ਕਰਮ ਪ੍ਰਭ ਏਕ ਧਿਆਏ, ਸਰਬ ਫਲਾਂ ਸੋਈ ਜਨ ਪਾਏ। ਮਨ ਦਾ ਰੌਂ ਹਰ ਸਮੇਂ ਵਾਹਿਗੁਰੂ ਜੀ ਦੇ ਚਰਨਾਂ ਵੱਲ ਬਣਿਆ ਰਹਿੰਦਾ, ਤੇ ਜੇਕਰ ਕੋਈ ਸੰਗਤੀ ਪੁਰਸ਼ ਆ ਜਾਂਦੇ ਤਾਂ ਬਚਨਾਂ ਦੁਆਰਾ ਉਹਨਾਂ ਨਾਲ ਆਵਹੁ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੂ, ਹਰ ਹਰ ਨਾਮ ਬੋਹਿਤ ਹੈ ਕਲ ਜੁਗ, ਖੇਵਟ ਗੁਰ ਸ਼ਬਦ ਤਰੁ। ਤਥਾ ਆਵਹੁ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਬਖਾਨ, ਕਿਤ ਬਿਦ ਕਿਉ ਪਾਈਐ ਪ੍ਰਭ ਆਪਣਾ, ਮੋਕੋ ਕਰੋ ਉਪਦੇਸ਼ ਹਰਦਾਨ। ਅਨੁਸਾਰ ਆਏ ਜਗਿਆਸੂ ਪ੍ਰੇਮੀਆਂ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿਲਾਪ ਸੰਬੰਧੀ ਹੀ ਵਿਚਾਰਾਂ ਹੁੰਦੀਆਂ। ਇੰਜ ਕਹਿ ਲਈਏ ਕਿ ਬਾਬਾ ਜੀ ਨੇ ਆਪਣਾ ਸੂਖਮ ਤੇ ਸਥੂਲ ਸਭ ਕੁਝ ਹੀ ਵਾਹਿਗੁਰੂ ਜੀ ਨੂੰ ਪ੍ਰਸੰਨ ਕਰਨ ਲਈ ਪੂਰਨ ਤੌਰ ਤੇ ਪਰਮੇਸ਼ਰ ਨੂੰ ਅਰਪਣ ਕਰ ਰੱਖਿਆ ਸੀ, ਤਾਂ ਕੋਈ ਅਤਕਥਨੀ ਨਹੀਂ। ਆਪਣਾ ਆਪਣੇ ਪਾਸ ਕੁਝ ਵੀ ਨਹੀਂ ਸੀ। ਬਸ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਊਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਇਹ ਅਵਸਥਾ ਵਿੱਚ ਆਪ ਜੀ ਵਿਚਰਦੇ। ਸਵੇਰ ਤੋਂ ਸ਼ਾਮ ਤੱਕ, ਸ਼ਾਮ ਤੋਂ ਅਗਲੀ ਸਵੇਰ ਤੱਕ ਸਾਰਾ ਸਮਾਂ ਮਨ ਬਚ ਕਰਮ ਪ੍ਰਭ ਏਕ ਧਿਆਏ ਦੀ ਕਾਰ ਕਰਦਿਆਂ ਬਤੀਤ ਹੁੰਦਾ। ਬਾਬਾ ਜੀ ਨੇ ਹਰ ਕੰਮ ਨੂੰ ਪਰਮੇਸ਼ਰ ਦੀ ਬੰਦਗੀ ਹੀ ਬਣਾ ਲਿਆ ਹੋਇਆ ਸੀ,
ਤੇ ਧੰਨ 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 ਜਨ ਆਇਆ ਵਾਲੀ ਗੱਲ ਬਣੀ ਹੋਈ ਸੀ। ਉਸ ਮਹਾਨ ਆਤਮਾ ਪ੍ਰਥਾਏ ਕੁਝ ਕਹਿਣਾ ਬਹੁਤ ਔਖਾ ਹੈ। ਉਹਨਾਂ ਦੀ ਕਰਨੀ ਲਈ ਤਾਂ ਬਾਬਾ ਕਬੀਰ ਜੀ ਦਾ ਫਰਮਾਨ ਹੀ ਢੁਕਦਾ ਹੈ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਨ੍ਹਾਂ ਵਡਭਾਗੀਆਂ ਨੇ ਆਪ ਜੀ ਨੂੰ ਅੰਦਰਲੀ ਅੱਖ ਨਾਲ ਵੇਖਿਆ ਹੈ, ਉਹ ਹੀ ਜਾਣਦੇ ਹਨ ਕਿ ਮਹਾਂਪੁਰਸ਼ਾਂ ਦਾ ਜੀਵਨ ਕਿਹੋ ਜਿਹਾ ਸੀ। ਕਬੀਰ ਸਾਧੂ ਕੋ ਮਿਲਣੇ ਜਾਈਐ, ਸਾਥ ਨਾ ਲੀਜੈ ਕੋਈ। ਸਰਵਣ ਸਿੰਘ, ਜੋ ਕਿ ਸੈਂਟਰਲ ਟਾਊਨ ਜਲੰਧਰ ਵਿਖੇ ਆਪਣਾ ਕਾਰੋਬਾਰ ਕਰਦੇ ਸਨ, ਇਹਨਾਂ ਦਾ ਜੱਦੀ ਪਿੰਡ ਭੱਟੀਆਂ ਸੀ। ਤਕਰੀਬਨ 1975 ਵਿੱਚ ਕਿਸੇ ਕਾਰਜ ਲਈ ਆਪ ਆਪਣੇ ਉਪਰੋਕਤ ਪਿੰਡ ਵਿੱਚ ਆਏ। ਉਹਨਾਂ ਦੇ ਘਰੋਂ ਬੀਬੀ ਗੁਰੂ ਘਰ ਦੀ ਕਾਫੀ ਸ਼ਰਧਾਲੂ ਸੀ, ਸੋ ਉਸਨੇ ਸਰਵਣ ਸਿੰਘ ਹੋਰਾਂ ਨੂੰ ਕਿਹਾ ਕਿ ਸੁਣਿਆ ਹੈ ਕਿ ਪਿੰਡ ਗੋਂਦਪੁਰ ਨਜ਼ਦੀਕ ਜੋ ਸਦੀਆਂ ਤੋਂ ਵੀਰਾਨ ਥੇ ਪਿਆ ਸੀ, ਜਿੱਥੇ ਬੜੀਆਂ ਭੈੜੀਆਂ ਰੂਹਾਂ ਰਹਿੰਦੀਆਂ ਸਨ, ਜਿਸ ਸਦਕਾ ਕੋਈ ਵੀ ਉੱਥੇ ਠਹਿਰਨ ਦਾ ਹੀਆ ਨਹੀਂ ਸੀ ਕਰਦਾ, ਉਸ ਵੈਰਾਨ ਥੇ ਤੇ ਇੱਕ ਸੰਤ ਮਹਾਂਪੁਰਖ ਆ ਟਿਕੇ ਹਨ ਅਤੇ ਉੱਥੇ ਹੁਣ ਗੁਰਦੁਆਰਾ ਵੀ ਬਣ ਗਿਆ ਹੈ। ਸੰਗਤ ਵੀ ਕਾਫੀ ਦਰਸ਼ਨ ਕਰਨ ਜਾਂਦੀ ਹੈ। ਅਸੀਂ ਸਵਾਬੀ ਹੁਣ ਨੇੜੇ ਆਏ ਹੋਏ ਹਾਂ, ਸੋ ਕਿਉਂ ਨਾ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਹੁਸ਼ਿਆਰਪੁਰ ਵੱਲ ਦੀ ਜਲੰਧਰ ਚਲੇ ਜਾਈਏ। ਸਫ਼ਰ ਕੋਈ ਬਹੁਤਾ ਜ਼ਿਆਦਾ ਨਹੀਂ ਪੈਣ ਲੱਗਾ। ਅੱਗੋਂ ਸਰਵਣ ਸਿੰਘ ਹੋਰਾਂ ਜਵਾਬ ਦਿੱਤਾ ਕਿ ਤੈਨੂੰ ਬਹੁਤੀ ਹੀ ਸਾਧੂ ਸੰਤਾਂ ਦੇ ਦਰਸ਼ਨਾਂ ਦੀ ਲਾਲਸਾ ਰਹਿੰਦੀ ਹੈ, ਜਾਂ ਤੂੰ ਚਲੀ ਜਾ, ਮੈਂ ਇੱਥੇ ਪਿੰਡ ਠਹਿਰਦਾ ਹਾਂ, ਕਿਉਂਕਿ ਮੈਂ ਕਿਸੇ ਵੀ ਸਾਧ ਸੰਤ ਅੱਗੇ ਮੱਥਾ ਨਹੀਂ ਟੇਕਣਾ। ਇਹ ਉੱਤਰ ਸੁਣ ਕੇ ਬੀਬੀ ਨੇ ਕਿਹਾ ਕਿ ਮੈਂ ਇਕੱਲੀ ਕਿਸ ਨਾਲ ਜਾਵਾਂ। ਇੰਜ ਕਰੋ ਕਿ ਤੁਸੀਂ ਚਲੇ ਚਲੋ, ਆਪ ਤੁਸੀਂ ਮਹਾਰਾਜ ਦੇ ਕਮਰੇ ਵਿੱਚ ਵੀ ਬੈਠੇ ਰਹਿਣਾ, ਮਹਾਂਪੁਰਸ਼ਾਂ ਨੂੰ ਨਾ ਮਿਲਿਓ। ਖੈਰ, ਬੀਬੀ ਦੇ ਬਹੁਤਾ ਜ਼ੋਰ ਪਾਉਣ ਤੇ ਸਰਦਾਰ ਹੋਰੀ ਮੰਨ ਗਏ ਤੇ ਆਪਣੀ ਕਾਰ ਰਾਹੀਂ ਪਿੰਡ ਭੱਟੀਆਂ ਤੋਂ ਗੁਰਦੁਆਰਾ ਸਾਹਿਬ ਲਈ ਤੁਰ ਪਏ। ਸਰਵਣ ਸਿੰਘ ਹੋਰੀ ਦੱਸਦੇ ਹੁੰਦੇ ਹਨ ਕਿ ਜਦੋਂ ਉਹ ਅਜੇ ਗੋਂਦਪੁਰ ਤੋਂ ਗੁਰਦੁਆਰੇ ਵਾਲੇ ਪਾਸੇ ਮੁੜੇ ਹੀ ਸਨ, ਤਾਂ ਉਹਨਾਂ ਦੇ ਮਨ ਵਿੱਚ ਜੋ ਬਹੁਤ ਹੀ ਕੱਟੜਤਾ ਸੀ, ਉਸ ਵਿੱਚ ਕਾਫੀ ਫਰਕ ਪੈ ਗਿਆ ਤੇ ਮਨ ਵਿੱਚ ਸੰਤਾਂ ਪ੍ਰਤੀ ਪਿਆਰ ਜਿਹਾ ਉਪਜਣ ਲੱਗ ਪਿਆ। ਅੱਸੂ ਦਾ ਮਹੀਨਾ ਸੀ। ਰਸਤੇ ਵਿੱਚ ਇੱਕ ਬਰਸੀਨ ਦੇ ਖੇਤ ਵਿੱਚੋਂ ਸਰਸੋਂ ਉੱਗੀ ਹੋਈ ਵੇਖ ਕੇ ਮਨ ਵਿੱਚ ਸਾਗ ਖਾਣ ਦੀ ਵਾਸ਼ਨਾ ਬਣੀ ਤੇ ਨਾਲ ਹੀ ਮਨ ਵਿੱਚ ਇਹ ਫੁਰਨਾ ਬਣ ਗਿਆ ਕਿ ਅਸੀਂ ਸੰਤਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ। ਜੇ ਸੰਤ ਜੀ ਸਾਨੂੰ ਸਰੋਂ ਦੇ ਸਾਗ ਨਾਲ ਪ੍ਰਸ਼ਾਦਾ ਛਕਾਉਣ, ਤਦ ਮੈਂ ਉਹਨਾਂ ਨੂੰ ਪੂਰਨ ਸੰਤ ਮੰਨੂਗਾ। ਅਜੇ ਇਹ ਫੁਰਨਾ ਆ ਕੇ ਹਟਿਆ ਹੀ ਸੀ ਕਿ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜ਼ਿਮੀਂਦਾਰ ਦਾ ਖੇਤ ਮੱਕੀ ਦੀ ਫਸਲ ਨਾਲ ਲਹਿ ਲਹਾ ਰਿਹਾ ਸੀ ਤੇ ਹੁਣ ਨਾਲ ਹੀ ਇੱਕ ਹੋਰ ਫੁਰਨਾ ਬਣ ਗਿਆ ਕਿ ਵਾਪਸੀ ਤੇ ਇਸ ਖੇਤ ਵਿੱਚੋਂ ਆਪੂ ਤੇ ਬਾਕੀ ਪਰਿਵਾਰ ਦੇ ਚੱਬਣ ਲਈ ਮੁੱਲ ਜਾਂ ਜਿਵੇਂ ਵੀ ਹੋਇਆ ਛਲੀਆਂ ਜ਼ਰੂਰ ਖੜਨੀਆਂ ਹਨ। ਇਹ ਫੁਰਨਾ ਮੁੱਕਦੇ ਹੀ ਦੋਵੇਂ ਜੀ ਗੁਰਦੁਆਰਾ ਸਾਹਿਬ ਪੁੱਜ ਗਏ। ਸਰਵਣ ਸਿੰਘ ਜੀ ਨੇ ਇਹ ਫੁਰਨਾ ਆਪਣੇ ਘਰੋਂ ਬੀਬੀ ਨੂੰ ਨਹੀਂ ਦੱਸਿਆ। ਦੁਪਹਿਰ ਦਾ ਵਕਤ ਸੀ। ਬਾਬਾ ਜੀ ਬਾਕੀ ਸੰਗਤ ਨਾਲ ਬਰਾਂਡੇ ਵਿੱਚ ਬੈਠੇ ਦਰੀ ਉੱਪਰ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰ ਰਹੇ ਸਨ। ਜਦ ਇਹ ਦੋਵੇਂ ਜੀ ਭਾਵ ਸਰਵਣ ਸਿੰਘ ਹੋਰੀ ਤੇ ਉਹਨਾਂ ਦੇ ਘਰੋਂ ਬੀਬੀ ਨੇੜੇ ਆਏ, ਤਦ ਬਾਬਾ ਜੀ ਨੇ ਉੱਚੀ ਆਵਾਜ਼ ਵਿੱਚ ਬਚਨ ਕੀਤਾ ਕਿ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਿਆ ਵੋ। ਦੋਵੇਂ ਸਰੀਰ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬਾਬਾ ਜੀ ਪਾਸ ਸੰਗਤ ਵਿੱਚ ਆ ਗਏ। ਅਜੇ ਉਹ ਬਾਬਾ ਜੀ ਨੂੰ ਮੱਥਾ ਟੇਕਣ ਦੀ ਤਿਆਰੀ ਵਿੱਚ ਹੀ ਸਨ ਕਿ ਬਾਬਾ ਜੀ ਨੇ ਕਿਹਾ ਕਿ ਗੁਰੂ ਕੇ ਸਿੱਖ ਨੂੰ ਮੱਥਾ ਕੇਵਲ ਤੇ ਕੇਵਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟੇਕਣ ਦਾ ਹੁਕਮ ਹੈ। ਉਹ ਤੁਸੀਂ ਟੇਕ ਆਏ ਹੋ, ਹੋਰ ਕਿਸੇ ਵੀ ਦੇਹਧਾਰੀ ਅੱਗੇ ਮੱਥਾ ਨਹੀਂ ਰਗੜਨਾ ਚਾਹੀਦਾ, ਬਲਕਿ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਉਣੀ ਚਾਹੀਦੀ ਹੈ। ਇਹ ਸਭ ਤੋਂ ਵੱਡੀ ਹੈ। ਇੱਕ ਤਾਂ 4 ਵਾਰ ਗੁਰਮੰਤਰ ਦਾ ਜਾਪ ਹੋ ਜਾਂਦਾ ਹੈ, ਦੂਸਰਾ ਸਤਿਗੁਰੂ ਜੀ ਦਾ ਹੁਕਮ ਮੰਨਿਆ ਜਾਂਦਾ ਹੈ। ਸੋ ਸਰਦਾਰ ਜੀ ਤੇ ਬੀਬੀ ਜੀ ਫਤਿਹ ਬੁਲਾ ਕੇ ਸੰਗਤ ਵਿੱਚ ਬੈਠ ਗਏ। ਸਰਵਣ ਸਿੰਘ ਹੋਰਾਂ ਦੇ ਦੱਸਣ ਮੁਤਾਬਕ ਕਿ ਅੱਧੀ ਕੁ ਨਿਸ਼ਾ ਤਾਂ ਬਾਬਾ ਜੀ ਵੱਲੋਂ ਮੱਥਾ ਨਾ ਟਿਕਾਉਣ ਨਾਲ ਹੀ ਹੋ ਗਈ, ਪਰ ਦੂਸਰੇ ਫੁਰਨੇ ਮਨ ਵਿੱਚ ਅਜੇ ਜਿਉਂਦੇ ਤਿਉਂ ਬਾਕੀ ਸਨ। ਜਦੋਂ ਅਸ਼ਟਪਦੀ ਪੂਰੀ ਹੋਈ, ਤਦ ਬਾਬਾ ਜੀ ਨੇ ਭਾਈ ਅਮਰ ਸਿੰਘ ਹੋਰੀ ਜੋ ਲਾਂਗਰੀ ਦੀ ਸੇਵਾ ਕਰਦੇ ਸਨ, ਉਹਨਾਂ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਸਰਦਾਰ ਹੋਰੀ ਦੂਰੋਂ ਆਏ ਹਨ, ਇਹਨਾਂ ਨੂੰ ਲੰਗਰ ਛਕਾਵੋ ਤੇ ਬੀਬੀ ਚਰਨ ਕੌਰ ਜੋ ਸਵੇਰੇ ਸਾਗ ਲੈ ਕੇ ਆਈ ਸੀ ਨਾ, ਉਹ ਗਰਮ ਕਰਕੇ ਇਹਨਾਂ ਨੂੰ ਪ੍ਰਸ਼ਾਦੇ ਨਾਲ ਛਕਾਉਣਾ ਹੈ। ਇਹ ਬਚਨ ਸੁਣ ਕੇ ਸਰਵਣ ਸਿੰਘ ਹੋਰੀ ਦੱਸਦੇ ਹੁੰਦੇ ਹਨ ਕਿ ਮੇਰੇ ਮਨ ਵਿੱਚ ਬੜੀ ਸ਼ਰਮ ਆਈ ਤੇ ਮਨ ਵਿੱਚ ਪੂਰਨ ਪਤੀਜਣਾ ਵੀ ਹੋ ਗਈ ਕਿ ਇਹ ਮਹਾਂਪੁਰਖ ਅੰਤਰਜਾਮੀ ਹਨ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਹੀ ਪ੍ਰੇਰਨਾ ਦਿੰਦੇ ਹਨ ਤਥਾ ਇਹਨਾਂ ਦਾ ਓਟ ਆਸਰਾ ਗੁਰਬਾਣੀ ਹੀ ਹੈ। ਸੋ ਬਾਬਾ ਜੀ ਦੇ ਹੁਕਮ ਕਰਨ ਤੇ ਤੱਪੜ ਉੱਪਰ ਬੈਠ ਕੇ ਸਾਗ ਨਾਲ ਪ੍ਰਸ਼ਾਦਾ ਛਕ ਕੇ ਮਨ ਦੀ ਪੂਰਨ ਤ੍ਰਿਪਤੀ ਹੋ ਗਈ। ਲੰਗਰ ਛਕਣ ਉਪਰੰਤ ਸੰਗਤ ਵਿੱਚ ਬੈਠ ਕੇ ਰਹਿੰਦਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕੀਤਾ। ਪਾਠ ਉਪਰੰਤ ਬਾਬਾ ਜੀ ਨੇ ਕਲਗੀਧਰ ਚਮਤਕਾਰ ਜੋ ਲਾਗੇ ਮੰਜੇ ਉੱਪਰ ਰੱਖਿਆ ਹੋਇਆ ਸੀ, ਇੱਕ ਪ੍ਰੇਮੀ ਨੂੰ ਮੰਜੇ ਉੱਪਰ ਬੈਠ ਕੇ ਪੜ੍ਹਨ ਲਈ ਹੁਕਮ ਕੀਤਾ। ਚਮਤਕਾਰ ਵਿੱਚੋਂ ਸਤਿਗੁਰੂ ਜੀ ਦੇ ਕੌਤਕਾਂ ਦੀ ਇੱਕ ਸਾਖੀ ਸਰਵਣ ਕੀਤੀ। ਸਾਖੀ ਸੰਪੂਰਨ ਹੋਣ ਉਪਰੰਤ ਵਾਪਸ ਜਾਣ ਲਈ ਇਹਨਾਂ ਨੇ ਆਗਿਆ ਮੰਗੀ। ਇਸੇ ਸਮੇਂ ਦੌਰਾਨ ਇੱਕ ਪ੍ਰੇਮੀ ਕੱਪੜੇ ਵਿੱਚ 20 ਪੰਜੀ ਮੱਕੀ ਦੀਆਂ ਛਲੀਆਂ ਲੈ ਕੇ ਆਇਆ, ਜੋ ਉਸਨੇ ਗੁਰਦੁਆਰਾ ਸਾਹਿਬ ਅੰਦਰ ਮਹਾਰਾਜ ਜੀ ਦੇ ਹਜ਼ੂਰ ਆ ਕੇ ਭੇਟਾ ਧਰੀਆਂ। ਉਹ ਪ੍ਰੇਮੀ ਮਹਾਰਾਜ ਜੀ ਦੇ ਹਜ਼ੂਰ ਛਲੀਆਂ ਦੀ ਭੇਟਾ ਧਰ ਕੇ
ਗੁਰਦੁਆਰਾ ਸਾਹਿਬ ਦੇ ਹਾਲ ਕਮਰੇ ਤੋਂ ਬਾਹਰ ਬਾਬਾ ਜੀ ਨੂੰ ਫਤਿਹ ਬੁਲਾਉਣ ਆ ਹੀ ਰਿਹਾ ਸੀ ਕਿ ਬਾਬਾ ਜੀ ਨੇ ਆਵਾਜ਼ ਮਾਰੀ ਕਿ ਜੋ ਛੱਲੀਆਂ ਤੁਸੀਂ ਸਤਿਗੁਰੂ ਜੀ ਅੱਗੇ ਧਰੀਆਂ ਹਨ ਉਹ ਨਾਲ ਹੀ ਲਈ ਆਵੋ। ਉਹ ਪ੍ਰੇਮੀ ਕੱਪੜੇ ਸਮੇਤ ਸਾਰੀਆਂ ਛੱਲੀਆਂ ਲੈ ਆਇਆ ਤੇ ਬਾਬਾ ਜੀ ਨੂੰ ਆਪ ਫਤਿਹ ਬੁਲਾਈ। ਫਤਿਹ ਦਾ ਉੱਤਰ ਦੇਣ ਉਪਰੰਤ ਬਾਬਾ ਜੀ ਕਹਿਣ ਲੱਗੇ ਕਿ ਇਹ ਸਾਰੀਆਂ ਛੱਲੀਆਂ ਸਰਦਾਰ ਹੋਰਾਂ ਦੀ ਕਾਰ ਵਿੱਚ ਰੱਖਿਆ ਆਵੋ। ਨਾਲ ਹੀ ਸਰਵਣ ਸਿੰਘ ਦਾ ਮੋਢਾ ਫੜ ਕੇ ਬਾਬਾ ਜੀ ਕਹਿਣ ਲੱਗੇ, ਜਦੋਂ ਸੰਗਤ ਵਿੱਚ ਆਉਣਾ ਹੋਵੇ ਨਾ, ਤਦੋਂ ਮਨ ਵਿੱਚ ਐਵੇਂ ਫਜ਼ੂਲ ਦੇ ਵਾਧੂ ਫੁਰਨੇ ਲੈ ਕੇ ਨਹੀਂ ਆਉਣਾ ਚਾਹੀਦਾ ਤੇ ਨਾ ਹੀ ਕਿਸੇ ਦੀ ਪਰਖ ਕਰਨ ਲਈ ਮਨ ਵਿੱਚ ਕੋਈ ਧਾਰਨਾ ਬਣਾਉਣੀ ਚਾਹੀਦੀ ਹੈ। ਸੰਗਤ ਵਿੱਚ ਆਉਣ ਦਾ ਪੂਰਾ ਲਾਭ ਤਦ ਹੀ ਹੈ ਜੇ ਸਾਰੇ ਸੰਸਾਰਕ ਸੰਕਲਪਾਂ ਦਾ ਤਿਆਗ ਕਰਕੇ ਕੇਵਲ ਤੇ ਕੇਵਲ ਗੁਰੂ ਦਰਸ਼ਨਾਂ ਅਤੇ ਨਾਮ ਬਾਣੀ ਦਾ ਲਾਹਾ ਪ੍ਰਾਪਤ ਕਰਨ ਦਾ ਫੁਰਨਾ ਮਨ ਵਿੱਚ ਲੈ ਕੇ ਸੰਗਤ ਵਿੱਚ ਆਈਏ। ਤੇ ਜੇ ਮਨ ਹੋਰਨਾਂ ਸੰਕਲਪਾਂ ਜਾਂ ਫੁਰਨਿਆਂ ਨਾਲ ਭਰਿਆ ਰਹੇ ਤਦ ਸੰਗਤ ਵਿੱਚ ਆਉਣ ਦਾ ਪੂਰਨ ਲਾਭ ਪ੍ਰਾਪਤ ਨਹੀਂ ਹੁੰਦਾ। ਸੰਗਤ ਵਿੱਚ ਕਿਹੋ ਜਿਹਾ ਮਨ ਬਣਾ ਕੇ ਆਉਣਾ ਚਾਹੀਦਾ ਹੈ, ਇਸ ਪ੍ਰਥਾਏ ਬਾਬਾ ਕਬੀਰ ਜੀ ਨੇ ਵੀ ਗੁਰਬਾਣੀ ਵਿੱਚ ਸਾਡੀ ਅਗਵਾਈ ਕੀਤੀ ਹੈ। ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਈ। ਇਹ ਬਚਨ ਸੁਣਦੇ ਸਾਰ ਹੀ ਸਰਵਣ ਸਿੰਘ ਦੇ ਸਾਰੇ ਮਨ ਦੇ ਸੰਕਲਪਾਂ ਦੇ ਕਿੰਗਰੇ ਢਹਿ ਗਏ। ਮਨ ਵਿੱਚ ਪਛਤਾਵਾ ਸੀ ਕਿ ਮੈਂ ਇਹੋ ਜਿਹੇ ਪੂਰਨ ਮਹਾਤਮਾ, ਪੂਰਨ ਗੁਰੂ ਭਾਵਨੀ ਵਾਲੇ ਗੁਰਸਿੱਖ ਸਾਧੂ ਪ੍ਰਤੀ ਅੰਤਰਜਾਮਤਾ ਦੀ ਪਰਖ ਕਰਨ ਲਈ ਮਨ ਵਿੱਚ ਸੰਕਲਪ ਕਿਉਂ ਬਣਾਇਆ। ਤੁਰਨ ਵੇਲੇ ਸਰਵਣ ਸਿੰਘ ਹੋਰਾਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਸਾਡੇ ਲਾਇਕ ਕੋਈ ਸੇਵਾ, ਤੇ ਬਾਬਾ ਜੀ ਨੇ ਕਿਹਾ ਕਿ ਜਦੋਂ ਅਗਲੀ ਵਾਰ ਆਵੋਗੇ ਨਾ ਫਿਰ ਦੱਸਾਂਗੇ। ਅਜੇ 2-4 ਦਿਨ ਹੀ ਬੀਤੇ ਕਿ ਉਹ ਸ਼ਬਦ ਮੁੜ-ਮੁੜ ਕੇ ਕੰਨਾਂ ਵਿੱਚ ਗੂੰਜਣ ਕਿ ਅਗਲੀ ਵਾਰ ਜਦੋਂ ਆਵੋਗੇ ਫਿਰ ਸੇਵਾ ਦੱਸਾਂਗੇ। ਥੋੜੇ ਹੀ ਦਿਨਾਂ ਵਿੱਚ ਮੁੜ ਪਰਿਵਾਰ ਸਹਿਤ ਬਾਬਾ ਜੀ ਨੂੰ ਮਿਲਣ ਲਈ ਇਹ ਗੁਰਦੁਆਰਾ ਸਾਹਿਬ ਪਹੁੰਚ ਗਏ। ਬਾਬਾ ਜੀ ਨੂੰ ਮਿਲ ਕੇ ਲੰਗਰ ਛਕਣ ਉਪਰੰਤ ਸਰਵਣ ਸਿੰਘ ਹੋਰਾਂ ਨੇ ਪੁੱਛਿਆ ਕਿ ਬਾਬਾ ਜੀ, ਜਦੋਂ ਅਸੀਂ ਪਿਛਲੀ ਵਾਰੀ ਆਪ ਜੀ ਦੇ ਦਰਸ਼ਨ ਕਰਨ ਆਏ ਸਾਂ ਤਦ ਆਪ ਜੀ ਨੇ ਬਚਨ ਕੀਤਾ ਸੀ ਕਿ ਸਾਡੀ ਗੁਜਰੀ ਕੋਈ ਸੇਵਾ ਦੱਸੋਗੇ, ਸੋ ਹੁਕਮ ਕਰੋ ਜੋ ਅਸੀਂ ਕਰ ਸਕਦੇ ਹੋਈਏ। ਤੇ ਬਾਬਾ ਜੀ ਕਹਿਣ ਲੱਗੇ ਕਿ ਸਭ ਤੋਂ ਵੱਡੀ ਸੇਵਾ ਇਹੋ ਹੀ ਹੈ ਕਿ ਤੁਸੀਂ ਅੰਮ੍ਰਿਤ ਛਕੋ, ਨਿਤਨੇਮ ਕਰੋ, ਗੁਰਸਿੱਖੀ ਰਹਿਤ ਦੇ ਪੂਰਨ ਧਾਰਨੀ ਬਣੋ। ਇਸੇ ਵਿੱਚ ਹੀ ਸਤਿਗੁਰੂ ਜੀ ਦੀ ਖੁਸ਼ੀ ਹੈ। ਸੋ ਬਾਬਾ ਜੀ ਦੀ ਪ੍ਰੇਰਨਾ ਸਦਕਾ ਪਰਿਵਾਰ ਨੇ ਅੰਮ੍ਰਿਤ ਪਾਨ ਕੀਤਾ ਅਤੇ ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਮਾਨ ਅਪਮਾਨ ਵਿੱਚ ਸਮਬਿਰਤੀ। ਸਮੁੱਚੇ ਖਾਲਸਾ ਪੰਥ ਵੱਲੋਂ 1975 ਈਸਵੀ ਦੀ ਵਿਸਾਖੀ ਦਾ ਪੁਰਬ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਮਨਾਉਣ ਲਈ ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ ਅਪੀਲ ਕੀਤੀ ਗਈ। ਪੰਥਕ ਇਕੱਠ ਵਿੱਚ ਸ਼ਾਮਲ ਹੋਣ ਲਈ ਬਾਬਾ ਜੀ ਵੀ ਸੰਗਤ ਸਮੇਤ ਸ੍ਰੀ ਅਨੰਦਪੁਰ ਸਾਹਿਬ ਪੁੱਜ ਗਏ। ਸ੍ਰੀ ਅਨੰਦਪੁਰ ਸਾਹਿਬ ਪੁੱਜਣ ਉਪਰੰਤ ਬਾਬਾ ਜੀ ਨੇ ਸਾਰੇ ਸਿੰਘਾਂ ਨਾਲ ਸਲਾਹ ਬਣਾਈ ਕਿ ਇੱਥੇ ਇੱਕ ਮਹਾਂਪੁਰਖਾਂ ਦਾ ਕਾਫੀ ਵੱਡਾ ਸਥਾਨ ਹੈ ਜੋ ਸਾਡੇ ਜਾਣੂ ਵੀ ਹਨ, ਸੋ ਆਪਾਂ ਸਾਰੇ ਉਹਨਾਂ ਦੇ ਡੇਰੇ ਚੱਲਦੇ ਹਾਂ। ਜੇ ਰਿਹਾਇਸ਼ ਲਈ ਜਗ੍ਹਾ ਹੋਈ ਤਾਂ ਉੱਥੇ ਹੀ ਠਹਿਰ ਲਵਾਂਗੇ। ਦੂਸਰੇ ਆਪਾਂ ਸਾਰਿਆਂ ਨੂੰ ਨਾਲੇ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਣਗੇ। ਇਸ ਵਿਚਾਰ ਅਧੀਨ ਸਾਰੇ ਸਿੰਘ ਬਾਬਾ ਜੀ ਦੇ ਨਾਲ ਪੈਦਲ ਹੀ ਉਸ ਅਸਥਾਨ ਵੱਲ ਤੁਰ ਪਏ। ਉਹਨਾਂ ਦਿਨਾਂ ਵਿੱਚ ਉਪਰੋਕਤ ਸੰਤ ਜੀ ਦੀ ਅਕਾਲੀਆਂ ਨਾਲ ਕੁਝ ਵਿਗੜੀ ਹੋਈ ਸੀ, ਸੋ ਬਾਬਾ ਜੀ ਅਤੇ ਸਾਰੀ ਸੰਗਤ ਨੂੰ ਡੇਰੇ ਪੁੱਜ ਕੇ ਜਿੱਥੇ ਸੰਤ ਜੀ ਆਪਣੇ ਪਲੰਘ ਉੱਪਰ ਬੈਠੇ ਹੋਏ ਸਨ ਉੱਥੇ ਪਹੁੰਚ ਕੇ ਬਾਬਾ ਜੀ ਨੇ ਬਾਕੀ ਸਿੰਘਾਂ ਨਾਲ ਉਹਨਾਂ ਨੂੰ ਫਤਿਹ ਬੁਲਾਈ। ਪਰ ਸੰਤ ਜੀ ਆਪਣੀ ਗੱਡੀ ਦੇ ਡਰਾਈਵਰ ਨਾਲ ਇੱਕ ਸਾਬਣ ਦੀ ਟਿੱਕੀ ਬਾਬਤ ਝਗੜ ਰਹੇ ਸਨ ਕਿ ਤੂੰ ਉਹ ਸਾਬਣ ਦੀ ਟਿੱਕੀ ਸਾਨੂੰ ਪੁੱਛੇ ਬਿਨਾਂ ਕਿਸੇ ਨੂੰ ਕਿਉਂ ਦਿੱਤੀ। ਇਸ ਤਰ੍ਹਾਂ ਬੇਪ੍ਰਤੀਤੀ ਹੋ ਜਾਂਦੀ ਹੈ। ਡਰਾਈਵਰ ਵਿਚਾਰਾ ਖਿਮਾ ਮੰਗ ਰਿਹਾ ਸੀ, ਪਰ ਸੰਤ ਜੀ ਉਸ ਨੂੰ ਡਾਂਟ ਫਾਂਟ ਰਹੇ ਸਨ। ਝਗੜੇ ਵਿੱਚ ਆਪ ਇੰਨੇ ਮਗਨ ਸਨ ਕਿ ਉਹਨਾਂ ਨੇ ਬਾਬਾ ਜੀ ਤੇ ਬਾਕੀ ਸਿੰਘਾਂ ਦੀ ਬੁਲਾਈ ਹੋਈ ਫਤਿਹ ਦਾ ਉੱਤਰ ਵੀ ਨਹੀਂ ਦਿੱਤਾ। ਫਤਿਹ ਬੁਲਾਉਣ ਉਪਰੰਤ ਬਾਬਾ ਜੀ ਤੇ ਬਾਕੀ ਸੰਗਤ ਜੋ ਹੇਠਾਂ ਪਰਾਲੀ ਵਿਛੀ ਹੋਈ ਸੀ ਉਸ ਉੱਪਰ ਬੈਠ ਗਏ। ਉਧਰ ਸੰਤ ਜੀ ਨੇ ਇੱਕ ਵਾਰ ਝਗੜੇ ਵੱਲੋਂ ਬਿਰਤੀ ਸੰਕੋਚ ਕੇ ਸੰਗਤ ਨੂੰ ਕਿਹਾ, ਭਾਈ ਲੰਗਰ ਵਿੱਚ ਜਾ ਕੇ ਜਲ ਪਾਣੀ ਛਕ ਲਓ। ਬਾਬਾ ਜੀ ਤੇ ਬਾਕੀ ਸੰਗਤ ਬੈਠੇ ਹੀ ਰਹੇ। ਤਦ ਕੁਝ ਸਮੇਂ ਬਾਅਦ ਉਹਨਾਂ ਬੜੇ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਭਾਈ ਅਸੀਂ ਤੁਹਾਨੂੰ ਲੰਗਰ ਛਕਣ ਨੂੰ ਕਿਹਾ, ਤੁਸੀਂ ਅਜੇ ਇੱਥੇ ਹੀ ਬੈਠੇ ਹੋ। ਬਾਬਾ ਜੀ ਤੇ ਬਾਕੀ ਸਿੰਘ ਉੱਠੇ ਤੇ ਨਮਸਕਾਰ ਕਰਕੇ ਲੰਗਰ ਵੱਲ ਚੱਲ ਪਏ। ਉਂਝ ਤਾਂ ਸਾਰੇ ਸਿੰਘ ਹੀ ਮਨ ਕਰਕੇ ਬਹੁਤ ਔਖੇ ਸਨ ਕਿ ਐਡੀ ਦੂਰੋਂ ਅਸੀਂ ਸਾਰੇ ਦਰਸ਼ਨਾਂ ਲਈ ਆਏ, ਪਰ ਮਹਾਂਪੁਰਖਾਂ ਨੇ ਫਤਿਹ ਦਾ ਵੀ ਉੱਤਰ ਨਹੀਂ ਦਿੱਤਾ ਤੇ ਇੱਕ ਸਾਬਣ ਦੀ ਟਿੱਕੀ ਬਦਲੇ ਇੰਨਾ ਰੇੜਕਾ ਪਾਇਆ ਹੋਇਆ ਹੈ। ਪਰ ਸਾਡੇ ਸਾਰਿਆਂ ਵਿੱਚੋਂ ਭਾਈ ਬਗੀਚਾ ਸਿੰਘ ਹੋਰਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਰੰਜਿਸ਼ ਸੀ ਕਿ ਇਹ ਮਹਾਂਪੁਰਖ ਬਾਬਾ ਜੀ ਦੇ ਚੰਗੀ ਤਰ੍ਹਾਂ ਜਾਣੂ ਵੀ ਸਨ, ਉਮਰ ਕਰਕੇ ਵੀ ਛੋਟੇ ਸਨ। ਬਾਬਾ ਜੀ ਦੀ ਆਤਮਿਕ ਅਵਸਥਾ ਵੀ ਇਹਨਾਂ ਨਾਲੋਂ ਸ਼ਾਇਦ ਉੱਚੀ ਹੀ ਹੋਵੇਗੀ। ਸੋ ਚਲੋ ਸੰਗਤ ਦਾ ਸਤਿਕਾਰ ਨਾ ਵੀ ਕਰਦੇ, ਪਰ ਬਾਬਾ ਜੀ ਨੂੰ ਤਾਂ ਫਤਿਹ ਦਾ ਉੱਤਰ ਦੇ ਕਰਕੇ ਯੋਗ ਆਦਰ ਸਤਿਕਾਰ ਦੇਣਾ ਇਹਨਾਂ ਦਾ ਫਰਜ਼ ਬਣਦਾ ਸੀ ਨਾ। ਇਸ ਪ੍ਰਕਾਰ ਦੇ ਅਨੇਕਾਂ ਉਤਰਾਅ ਚੜ੍ਹਾਅ ਭਾਈ ਬਗੀਚਾ ਸਿੰਘ ਅਤੇ ਬਾਕੀ ਸਿੰਘਾਂ ਦੇ ਮਨ ਵਿੱਚ ਆ ਰਹੇ ਸਨ। ਬਾਬਾ ਜੀ ਤੁਰੇ ਜਾਂਦੇ ਅਚਾਨਕ ਖੜੋ ਗਏ ਤੇ ਬਗੀਚਾ ਸਿੰਘ ਹੋਰਾਂ ਨੂੰ ਸੰਬੋਧਨ ਕਰਕੇ ਮੁਖਾਤਬ ਹੋ ਕੇ ਕਹਿਣ ਲੱਗੇ ਕਿ ਦੇਖੋ ਸਤਿਗੁਰੂ ਜੀ ਨੇ ਕਿੰਨੀ ਬਖਸ਼ਿਸ਼ ਕੀਤੀ ਹੈ। ਇੱਕ ਤਾਂ ਸੰਤਾਂ ਦੇ ਦਰਸ਼ਨ ਹੋ ਗਏ,
ਦੂਜੇ ਉਹਨਾਂ ਨੇ ਹੋਰ ਮਿਹਰ ਕੀਤੀ, ਸਾਨੂੰ ਪ੍ਰਸ਼ਾਦਾ ਛਕਣ ਲਈ ਕਿਹਾ। ਬੜੀ ਮੌਜ ਬਣ ਗਈ ਹੈ। ਅਗਾਂਹ ਲਈ ਸਦਾ ਵਾਸਤੇ ਇਹ ਯਾਦ ਰੱਖਣਾ ਕਿ ਜਦੋਂ ਵੀ ਕਿਸੇ ਪਾਸੇ ਚੱਲ ਕੇ ਜਾਈਏ ਤਦ ਮਨ ਵਿੱਚ ਇਹ ਧਾਰਨਾ ਬਿਲਕੁਲ ਨਹੀਂ ਰੱਖਣੀ ਕਿ ਉਹ ਸਾਡਾ ਮਾਣ ਸਤਿਕਾਰ ਕਰੇ। ਇਸ ਤਰ੍ਹਾਂ ਜੇ ਸਤਿਕਾਰ ਹੋਵੇ ਤਦ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ, ਜੇ ਸਤਿਕਾਰ ਨਾ ਹੋਵੇ ਤਦ ਹਿਰਦੇ ਵਿੱਚ ਢਹਿੰਦੀ ਕਲਾ ਅਤੇ ਨਫ਼ਰਤ ਪੈਦਾ ਹੋ ਜਾਂਦੀ ਹੈ। ਇਹ ਦੋਵੇਂ ਹਾਲਤਾਂ ਮਨ ਨੂੰ ਮਲੀਨ ਕਰਦੀਆਂ ਹਨ। ਅਜਿਹੇ ਪ੍ਰਭਾਵਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਹੈ। ਸਤਿਗੁਰੂ ਜੀ ਦਾ ਹੁਕਮ ਹੈ ਕਿ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਇਸ ਪ੍ਰਕਾਰ ਦੇ ਬਚਨ ਮਹਾਂਪੁਰਖਾਂ ਦੀ ਰਚਨਾ ਤੋਂ ਸਰਵਣ ਕਰਕੇ ਸਾਰੇ ਸਿੰਘਾਂ ਦੇ ਮਨ ਸ਼ਾਂਤ ਹੋ ਗਏ। ਭਾਈ ਬਗੀਚਾ ਸਿੰਘ ਜੀ ਜੋ ਮਨ ਕਰਕੇ ਕਾਫੀ ਦੁਖੀ ਸਨ, ਬਾਬਾ ਜੀ ਨੂੰ ਕਹਿਣ ਲੱਗੇ ਕਿ ਮੇਰੇ ਮਨ ਵਿੱਚ ਤਾਂ ਜੀ ਸੰਤ ਜੀ ਪ੍ਰਥਾਏ ਬਹੁਤ ਗਿਲਾ ਸੀ, ਪਰ ਆਪ ਜੀ ਨੇ ਉਹਨਾਂ ਵੱਲੋਂ ਸਤਿਕਾਰ ਨਾ ਦਿੱਤੇ ਜਾਣ ਦਾ ਭੂਰਾ ਜਿੰਨਾ ਵੀ ਅਸਰ ਨਹੀਂ ਕਬੂਲਿਆ। ਬਾਬਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਜੋ ਕਰਦੇ ਹਨ ਉਹਦੇ ਵਿੱਚ ਭਲਾ ਹੀ ਹੁੰਦਾ ਹੈ। ਜੇ ਇਹ ਸੰਤ ਮਹਾਰਾਜ ਜੀ ਸਾਡੀ ਆਓ ਭਗਤ ਕਰਦੇ, ਰਹਿائش ਲਈ ਕਮਰਾ ਦੇ ਦਿੰਦੇ ਤਾਂ ਅਸੀਂ ਇੱਥੇ ਹੀ ਟਿਕ ਜਾਣਾ ਸੀ, ਤੇ ਜੋ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਤਖਤ ਸਾਹਿਬ ਤੇ ਹੋਣੀਆਂ ਸਨ, ਹੋ ਸਕਦਾ ਹੈ ਕਿ ਅਸੀਂ ਉਹਨਾਂ ਤੋਂ ਵਾਂਝੇ ਰਹਿ ਜਾਂਦੇ। ਹੁਣ ਉੱਥੇ ਸਰਾਂ ਵਿੱਚ ਨਜ਼ਦੀਕ ਕਮਰਾ ਮਿਲ ਜਾਵੇਗਾ ਤਾਂ ਵਾਹ-ਵਾਹ, ਜੇ ਨਾ ਵੀ ਮਿਲਿਆ ਤਦ ਗੁਰੂ ਕੇ ਚਰਨਾਂ ਵਿੱਚ ਹੀ ਸਮਾਂ ਬਤੀਤ ਹੋ ਜਾਵੇਗਾ, ਸਾਰੇ ਪ੍ਰੋਗਰਾਮ ਦੀ ਹਾਜ਼ਰੀ ਭਰ ਹੋ ਜਾਵੇਗੀ। ਇੱਥੋਂ ਉਚੇਚਾ ਚੱਲ ਕੇ ਜਾਣਾ ਪੈਣਾ ਸੀ। ਇਸ ਪ੍ਰਕਾਰ ਬੜੇ ਸ਼ਾਂਤ ਚਿਤ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਕਿਲ੍ਹਾ ਆਨੰਦਗੜ੍ਹ ਸਾਹਿਬ ਪੁੱਜੇ। ਉੱਥੇ ਡਿਊਟੀ ਵਿੱਚ ਹੀ ਮੈਨੇਜਰ ਜੋ ਕਿ ਬਾਬਾ ਜੀ ਦੇ ਵਾਕਫ ਸਨ ਮਿਲ ਪਏ। ਉਹਨਾਂ 2 ਕਮਰੇ ਦੇ ਦਿੱਤੇ। ਇਸ ਪ੍ਰਕਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰੀ ਸੰਗਤ ਨਾਲ 3 ਦਿਨ ਬੇਅੰਤ ਆਨੰਦ ਮਾਣਿਆ। ਉਪਰੋਕਤ ਘਟਨਾ ਦੱਸਣ ਤੋਂ ਭਾਵ ਇਹ ਕਿ ਬਾਬਾ ਜੀ ਨੂੰ ਜੇਕਰ ਕੋਈ ਬਹੁਤਾ ਸਤਿਕਾਰ ਦੇ ਦਿੰਦਾ ਤਾਂ ਆਪ ਜੀ ਦੀ ਬਿਰਤੀ ਕਿਸੇ ਹੁਲਾਸ ਵਿੱਚ ਨਹੀਂ ਸੀ ਜਾਂਦੀ, ਤੇ ਨਾ ਹੀ ਕਿਸੇ ਦੇ ਨਾਂ ਸਤਿਕਾਰ ਦੇਣ ਨਾਲ ਕਿਸੇ ਪ੍ਰਕਾਰ ਦੀ ਨਿਗੂਣਤਾ ਜਾਂ ਢਹਿੰਦੀ ਕਲਾ ਹੀ ਮਨ ਵਿੱਚ ਵਾਪਰਦੀ। ਆਪ ਸਦਾ ਹੀ ਗੁਰੂ ਮਿਹਰ ਸਦਕਾ ਸਮਬਿਰਤੀ ਵਿੱਚ ਵਿਚਰਦੇ। ਐਸੇ ਗੁਰੂ ਪਿਆਰਿਆਂ ਪ੍ਰਤੀ ਹੀ ਗੁਰਦੇਵ ਜੀ ਦਾ ਫਰਮਾਨ ਹੈ ਕਿ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾ ਹੀ, ਆਪਸ ਤੇ ਉੱਪਰ ਸਭ ਜਾਣੋ। ਸੰਗਤ ਦੀ ਰਿਹਾਇਸ਼ ਵਾਸਤੇ ਭਾਵੇਂ ਸੋਹਣੇ ਸੁੰਦਰ ਲੈਂਟਰ ਪੈ ਕੇ ਕਾਫੀ ਕਮਰੇ ਬਣ ਚੁੱਕੇ ਸਨ, ਪਰ ਫਿਰ ਵੀ ਆਪ ਜੀ ਕੱਖਾਂ ਦੀ ਛਣ ਵਿੱਚ ਰਹਿਣਾ ਹੀ ਪਸੰਦ ਕਰਦੇ। ਸੰਗਤਾਂ ਦੀ ਆਵਾਜਾਈ ਜ਼ਿਆਦਾ ਹੋਣ ਕਾਰਨ ਆਪ ਜੀ ਨੇ ਲੰਗਰ ਦੇ ਕਮਰੇ ਉੱਪਰ ਇੱਕ ਵੱਡੀ ਛਣ ਬਣਵਾ ਲਈ ਸੀ, ਜਿਸ ਵਿੱਚ ਆਪ ਜੀ ਦੇ ਮੰਜੇ ਤੋਂ ਇਲਾਵਾ ਹੋਰ 2-3 ਮੰਜੇ ਡਿੱਠੇ ਰਹਿੰਦੇ ਸਨ। ਇੱਕ ਮੰਜੇ ਤੇ ਆਪ ਜੀ ਬਿਰਾਜਦੇ ਸਨ, ਦੂਸਰੇ ਮੰਜੇ ਆਏ ਗੁਰਸਿੱਖਾਂ ਦੇ ਬੈਠਣ ਵਾਸਤੇ ਰੱਖੇ ਹੋਏ ਸਨ। ਜੋ ਵੀ ਗੁਰਸਿੱਖ ਦਰਸ਼ਨ ਕਰਨੇ ਆਉਂਦਾ ਉਸ ਨੂੰ ਬੜੇ ਅਦਬ ਸਤਿਕਾਰ ਨਾਲ ਬਰਾਬਰ ਮੰਜੇ ਤੇ ਬਿਠਾਉਂਦੇ। ਬਾਬਾ ਜੀ ਨੇ ਕਦੇ ਵੀ ਬਰਾਬਰਤਾ ਵਿੱਚ ਫਰਕ ਨਾ ਪੈਣ ਦਿੱਤਾ। ਆਪ ਜੀ ਨੇ ਸਾਰੀ ਆਜੂ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਦੇ ਬਚਨਾਂ ਤੇ ਪਹਿਰਾ ਦਿੱਤਾ। ਬਾਬਾ ਜੀ ਦੀ ਸੰਗਤ ਵਿੱਚ ਵਿਚਰਦਿਆਂ ਕਦੀ ਇਹ ਨਹੀਂ ਵੇਖਿਆ ਕਿ ਬਾਬਾ ਜੀ ਮੰਜੇ ਤੇ ਬੈਠੇ ਹੋਣ ਤੇ ਸੰਗਤ ਹੇਠਾਂ ਫਰਸ਼ ਤੇ ਬੈਠੀ ਹੋਵੇ। ਜੇ ਬਾਬਾ ਜੀ ਨੇ ਮੰਜੇ ਤੇ ਬੈਠਣਾ ਤਾਂ 2-3 ਮੰਜੇ ਆਪਣੇ ਮੰਜੇ ਦੇ ਨਾਲ ਸੰਗਤ ਦੇ ਬੈਠਣ ਵਾਸਤੇ ਸਜਾ ਦੇਣੇ, ਜਾਂ ਫਿਰ ਜ਼ਮੀਨ ਤੇ ਹੀ ਦਰੀ ਵਿਛਾ ਕੇ ਸੰਗਤ ਵਿੱਚ ਬਰਾਜ ਕੇ ਗੁਰਮਤਿ ਦੇ ਬਚਨ ਬਲਾਸ ਕਰਨੇ। ਜੇ ਕਿਸੇ ਸਿੰਘ ਪਾਸੋਂ ਪਾਠ ਸੁਣਨਾ ਹੋਵੇ ਜਾਂ ਇਤਿਹਾਸ ਤਾਂ ਉਸ ਦੇ ਬੈਠਣ ਵਾਸਤੇ ਜ਼ਰੂਰ ਉਚੇਚੀ ਵਿਛਾਈ ਕਰਿਆ ਕਰਦੇ ਸਨ। ਸਰਦੀ ਦੇ ਦਿਨ ਸਨ। ਬਾਬਾ ਜੀ ਆਪਣੀ ਛਣ ਵਿੱਚੋਂ ਸਵੇਰ ਦਾ ਨਿਯਮ ਪੂਰਾ ਕਰਨ ਉਪਰੰਤ ਪਰਮੇਸ਼ਰ ਦੀ ਬਖਸ਼ਿਸ਼ ਕੀਤੀ ਮਿੱਠੀ ਮਿੱਠੀ ਧੁੱਪ ਵਿੱਚ ਬੈਠੇ ਆਪਣੇ ਜੀਵਨ ਦੀ ਅਸਲੀ ਕਾਰ ਭਾਵ ਨਾਮ ਜਪ ਵਿੱਚ ਮਸਤ ਸਨ। ਦੂਸਰੇ ਪਾਸੇ ਹੁਸ਼ਿਆਰਪੁਰ ਦੇ ਅਕਾਲੀ ਜਥੇਦਾਰ ਵੈਦ ਕਰਤਾਰ ਸਿੰਘ ਤੇ ਸਾਹ ਜਸਜੀਤ ਸਿੰਘ ਕਿਸੇ ਕਾਰਜ ਵਾਸਤੇ ਗੁਰਦੁਆਰਾ ਗਰਨਾ ਸਾਹਿਬ ਜਾ ਰਹੇ ਸਨ। ਵੈਦ ਜੀ ਤੇ ਸਾਹ ਜਸਜੀਤ ਸਿੰਘ ਕਾਰ ਰਾਹੀਂ ਸਫ਼ਰ ਕਰ ਰਹੇ ਸਨ। ਰਾਜਨੀਤਿਕ ਗੱਲਾਂ ਕਰਦੇ ਕਰਦੇ ਜਦੋਂ ਇਹ ਦੋਨੋਂ ਜਥੇਦਾਰ ਪਿੰਡ ਮਾਛੀਆਂ ਪਾਸ ਪੁੱਜੇ ਤਾਂ ਵੈਦ ਕਰਤਾਰ ਸਿੰਘ ਹੋਰਾਂ ਨੇ ਅਚਾਨਕ ਚੱਲ ਰਹੀ ਗੱਲ ਨੂੰ ਵਿਚਕਾਰੋਂ ਰੋਕ ਕੇ ਜਸਜੀਤ ਸਿੰਘ ਹੋਰਾਂ ਨੂੰ ਕਿਹਾ ਕਿ ਭਾਈ ਸੁਣਿਆ ਹੈ ਕਿ ਇਸ ਇਲਾਕੇ ਵਿੱਚ ਇੱਕ ਸਿੱਖ ਸਾਧ ਆ ਟਕਿਆ ਹੈ। ਸਿੱਖ ਵੀ ਉਸਨੇ ਬਹੁਤ ਸਜਾਏ ਹਨ। ਸਾਡੇ ਇਸ ਇਲਾਕੇ ਵਿੱਚ ਗਾਤਰਿਆਂ ਵਾਲੇ ਸਿੰਘ ਬੀਬੀਆਂ ਵੀ ਹੁਣ ਆਮ ਹੀ ਦਿਖਾਈ ਦਿੰਦੇ ਹਨ। ਵੈਦ ਕਰਤਾਰ ਸਿੰਘ ਕਾਰ ਚਲਾ ਰਹੇ ਸਨ। ਜਸਜੀਤ ਸਿੰਘ ਹੋਰਾਂ ਨੂੰ ਕਿਹਾ ਕਿ ਇਹ 2 ਕੁ ਮੀਲ ਦੇ ਸਫ਼ਰ ਵਿੱਚ ਹੀ 15-20 ਅੰਮ੍ਰਿਤਧਾਰੀ ਸਿੰਘ ਸੜਕੇ ਤੁਰੇ ਜਾਂਦੇ ਆਪਾਂ ਵੇਖੇ ਆ। ਪਹਿਲੇ ਇੱਥੇ ਸਿੱਖੀ ਕਿੱਥੇ ਸੀ? ਇਹ ਇਲਾਕਾ ਤਾਂ ਨਾਸਤਿਕਤਾ ਦਾ ਗੜ੍ਹ ਸੀ। ਇੱਥੋਂ ਦੇ MP ਵੀ ਕਮਿਊਨਿਸਟ, ਇਸ ਇਲਾਕੇ ਦਾ MLA ਵੀ ਕਮਿਊਨਿਸਟ। ਇਹ ਇਲਾਕਾ ਤਾਂ ਸਾਰਾ ਲੈਨਨ ਦਾ ਪੁਜਾਰੀ ਸੀ। ਜਸਜੀਤ ਸਿੰਘ ਹੋਰਾਂ ਨੇ ਉੱਤਰ ਦਿੱਤਾ ਕਿ ਸੁਣਿਆ ਤਾਂ ਵੈਦ ਜੀ ਮੈਂ ਵੀ ਹੈ, ਪਰ ਅਜੇ ਤੱਕ ਉਹਨਾਂ ਸੰਤਾਂ ਦੇ ਦਰਸ਼ਨ ਨਹੀਂ ਕੀਤੇ। ਵੈਦ ਜੀ ਨੇ ਝੱਟ ਉੱਤਰ ਦਿੱਤਾ ਕਿ ਅੱਜ ਸਾਡੇ ਪਾਸ ਸਮਾਂ ਵੀ ਹੈ ਤੇ ਸਵਾਰੀ ਵੀ ਆਪਣੀ ਹੈ, ਕਿਉਂ ਨਾ ਆਪਾਂ ਸੰਤ ਹੋਰਾਂ ਨੂੰ ਅੱਜ ਹੀ ਮਿਲ ਆਈਏ, ਨਾਲੇ ਸੰਤ ਦੀ ਪਰਖ ਕਰ ਲੈਂਦੇ ਹਾਂ। ਪਤਾ ਤਾਂ ਲੱਗ ਜਾਵੇਗਾ ਕਿ ਰੋਟੀ ਦੀ ਖਾਤਰ ਹੀ ਕੋਈ ਆਪਣੀ ਮਾਨਤਾ ਕਰਾਉਣ ਲਈ ਬੈਠਾ ਹੈ ਜਾਂ ਸੱਚੇ ਕਰਤਾਰ ਦਾ ਉਪਾਸ਼ਕ ਹੈ। ਇੰਨੀਆਂ ਗੱਲਾਂ ਬਾਤਾਂ ਕਰਦਿਆਂ ਗੁਰਦੁਆਰਾ ਸਾਹਿਬ ਦੀ ਸੜਕ ਦਾ ਮੋੜ ਆ ਗਿਆ।
ਜਸਜੀਤ ਸਿੰਘ ਹੋਰਾਂ ਨੇ ਵੈਦ ਕਰਤਾਰ ਸਿੰਘ ਹੋਰਾਂ ਨੂੰ ਪੁੱਛਿਆ ਕਿ ਗੱਡੀ ਗੁਰਦੁਆਰੇ ਦੀ ਸੜਕ ਤੇ ਪਾ ਲਈਏ। ਤਾਂ ਵੈਦ ਹੋਰੀ ਕਹਿਣ ਲੱਗੇ ਕਿ ਠੀਕ ਹੈ, ਅੱਜ ਆਪਾਂ ਸੰਤਾਂ ਦੀ ਪਰਖ ਤੇ ਦਰਸ਼ਨ ਕਰਨ ਚੱਲਦੇ ਹਾਂ। ਤੇ ਨਾਲ ਹੀ ਜਸਜੀਤ ਸਿੰਘ ਹੋਰਾਂ ਨੇ ਵੈਦ ਜੀ ਨੂੰ ਪ੍ਰਸ਼ਨ ਕੀਤਾ ਕਿ ਤੁਸੀਂ ਸੱਚੇ ਤੇ ਨਕਲੀ ਸੰਤ ਦੀ ਪਰਖ ਕਿਵੇਂ ਕਰੋਗੇ। ਵੈਦ ਹੋਰਾਂ ਨੇ ਅੱਗੋਂ ਉੱਤਰ ਦਿੱਤਾ ਕਿ ਜਸਜੀਤ ਸਿੰਘ, ਮੇਰੇ ਹੱਥ ਤਾਂ ਵੇਖੀ, ਸਾਰੀ ਉਮਰ ਲੰਘ ਚੱਲੀ ਹੈ, ਧੌਲੇ ਆ ਗਏ ਨੇ, ਅਸੀਂ ਰਾਜਨੀਤਿਕ ਬੰਦੇ ਆ, ਤੁਰੇ ਜਾਂਦੇ ਦੀ ਤੋਰ ਵੇਖ ਕੇ ਪਛਾਣ ਜਾਈਦਾ, ਮੈਂ ਕਿਹੜਾ ਕੋਈ ਨਾਲੇ ਲੁਕੋ ਕੇ ਪਰਖ ਕਰਨੀ ਹੈ, ਤੇਰੇ ਸਾਹਮਣੇ ਹੀ ਸਾਰਾ ਡਰਾਮਾ ਰਚਾਉਣਾ ਹੈ ਨਾ। ਜਸਜੀਤ ਸਿੰਘ ਹੋਰੀ ਹੁਣ ਵੀ ਦੱਸਿਆ ਕਰਦੇ ਹਨ ਕਿ ਇਸ ਹਾਸੇ ਮਖੌਲ ਦੀਆਂ ਗੱਲਾਂ ਕਰਦੇ ਅਸੀਂ ਦੋਨੇ ਗੁਰਦੁਆਰਾ ਸਾਹਿਬ ਪੁੱਜ ਗਏ। ਗੁਰਦੁਆਰੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਇੱਕ ਬਜ਼ੁਰਗ ਸੇਵਾਦਾਰ ਨੂੰ ਪੁੱਛਿਆ ਕਿ ਸੰਤ ਜੀ ਕਿਹੜੇ ਕਮਰੇ ਵਿੱਚ ਰਹਿੰਦੇ ਨੇ। ਉਹਨਾਂ ਉੱਪਰ ਛੰਨ ਵੱਲ ਇਸ਼ਾਰਾ ਕਰ ਦਿੱਤਾ। ਸੋ ਜਸਜੀਤ ਸਿੰਘ ਹੋਰੀ ਦੱਸਿਆ ਕਰਦੇ ਹਨ ਕਿ ਅਸੀਂ ਦੋਵੇਂ, ਭਾਵ ਉਹ ਤੇ ਵੈਦ ਕਰਤਾਰ ਸਿੰਘ, ਬਾਬਾ ਜੀ ਵਾਲੀ ਛੰਨ ਵਿੱਚ ਚਲੇ ਗਏ, ਪਰ ਛੰਨ ਖਾਲੀ ਸੀ। 3 ਮੰਜੇ ਸਨ, ਤਿੰਨਾਂ ਉੱਪਰ ਦਰੀਆਂ ਵਿਛੀਆਂ ਹੋਈਆਂ ਸਨ। ਇੱਕ ਮੰਜੇ ਤੇ ਸਿਰਹਾਣਾ ਵੀ ਪਿਆ ਸੀ। ਵੈਦ ਜੀ ਨੇ ਮਨ ਵਿੱਚ ਸਮਝਿਆ ਕਿ ਇਹ ਸਿਰਹਾਣੇ ਵਾਲਾ ਮੰਜਾ ਹੀ ਸੰਤ ਜੀ ਦਾ ਹੈ। ਉਸ ਮੰਜੇ ਦੇ ਬਿਲਕੁਲ ਸਿਰਹਾਣੇ ਵੱਲ ਵੈਦ ਕਰਤਾਰ ਸਿੰਘ ਹੋਰੀ ਚੁੱਪ ਕਰੀਤੇ ਬੈਠ ਗਏ। ਜਸਜੀਤ ਸਿੰਘ ਹੋਰਾਂ ਨੇ ਵੈਦ ਜੀ ਨੂੰ ਆਖਿਆ ਕਿ ਵੈਦ ਜੀ, ਇਹ ਮੰਜਾ ਸੰਤਾਂ ਦਾ ਲੱਗਦਾ ਹੈ, ਭਾਵੇਂ ਇਸ ਉੱਤੇ ਕੋਈ ਉਚੇਚੀ ਵਿਛਾਈ ਆਦ ਨਹੀਂ, ਪਰ ਲੱਗਦਾ ਇੰਝ ਹੀ ਹੈ। ਤੁਸੀਂ ਏਦਾਂ ਕਰੋ, ਇੱਧਰ ਚੱਲ ਕੇ ਮੇਰੇ ਕੋਲ ਆ ਜਾਓ। ਵੈਦ ਹੋਰੀ ਅੱਗੋਂ ਉੱਤਰ ਦਿੱਤਾ ਕਿ ਮੈਂ ਤਾਂ ਸੰਤਾਂ ਦੇ ਖਾਲੀ ਮੰਜੇ ਤੇ ਬੈਠਾ ਹਾਂ। ਜੇ ਮੰਜੇ ਤੇ ਬਾਬਾ ਵੀ ਬੈਠਾ ਹੁੰਦਾ ਤਾਂ ਮੈਂ ਤਦ ਵੀ ਸਿਰਹਾਣੇ ਵੱਲ ਹੀ ਬੈਠਣਾ ਸੀ। ਇਹੀ ਤਾਂ ਵੇਖਣਾ ਹੈ ਕਿ ਜੇ ਤਾਂ ਕੋਈ ਮਾਨੀ ਤੇ ਆਪਣੀ ਪੂਜਾ ਦਾ ਭੁੱਖਾ ਸੰਤ ਹੋਇਆ, ਫੇਰ ਤਾਂ ਮੈਨੂੰ ਮੰਜੇ ਉੱਤੇ ਬੈਠਾ ਦੇਖ ਕੇ ਉਸਨੂੰ ਸੱਤੀ ਕੱਪਣੀ ਅੱਗ ਲੱਗ ਜਾਵੇਗੀ ਤੇ ਸਾਨੂੰ ਜਲ ਪਾਣੀ ਤਾਂ ਕੀ ਉਸਨੇ ਬੁਲਾਉਣਾ ਤੱਕ ਨਹੀਂ। ਪਰ ਜੇ ਕੋਈ ਰੱਬ ਦਾ ਪਿਆਰਾ ਹੋਇਆ, ਅਸਲੀ ਸੰਤ ਹੋਇਆ, ਫੇਰ ਤੇਰੇ ਸਾਹਮਣੇ ਸਾਰੀ ਖੇਡ ਵਰਤਣੀ ਹੈ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿ ਵਾਓ। ਭਾਵ ਜੋ ਵੈਦ ਹੋਰਾਂ ਦੇ ਅੰਦਰ ਸੀ ਉਹ ਸਾਰੀ ਗੱਲ ਜਸਜੀਤ ਸਿੰਘ ਹੋਰਾਂ ਦੇ ਸਾਹਮਣੇ ਰੱਖ ਦਿੱਤੀ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਵੈਦ ਜੀ ਤੇ ਜਸਜੀਤ ਸਿੰਘ ਅੰਦਰ 2 ਮੰਜਿਆਂ ਤੇ ਬੈਠ ਗਏ। ਉਸ ਬਜ਼ੁਰਗ ਸੇਵਾਦਾਰ ਨੇ ਬਾਬਾ ਜੀ ਨੂੰ ਖਬਰ ਕੀਤੀ ਕਿ ਕੋਈ 2 ਪ੍ਰੇਮੀ ਆਪ ਜੀ ਨੂੰ ਮਿਲਣ ਵਾਸਤੇ ਆਏ ਸਨ ਤੇ ਹੁਣੇ ਤੁਹਾਡੇ ਕਮਰੇ ਵੱਲ ਗਏ ਹਨ। ਆਪ ਜੀ ਨੇ ਉਸ ਸੇਵਾਦਾਰ ਨੂੰ ਕਿਹਾ ਕਿ ਉਹਨਾਂ ਨੂੰ ਮਿੱਠਾ ਜਲ ਬਣਾ ਕੇ ਛਕਾਓ, ਮੈਂ ਵੀ 2-3 ਮਿੰਟਾਂ ਵਿੱਚ ਉਹਨਾਂ ਦੇ ਦਰਸ਼ਨ ਕਰਦਾ ਹਾਂ। ਸੇਵਾਦਾਰ ਜਲ ਬਣਾਉਣ ਲੱਗ ਪਿਆ। ਆਪ ਜੀ ਚੱਲ ਰਹੀ ਸੁਖਮਨੀ ਸਾਹਿਬ ਦੀ ਅਸ਼ਟਪਦੀ ਪੂਰੀ ਕਰਕੇ ਛੰਨ ਵੱਲ ਆਏ ਹੋਏ ਗੁਰਸਿੱਖਾਂ ਨੂੰ ਮਿਲਣ ਚੱਲ ਪਏ। ਬਾਬਾ ਜੀ ਨੇ ਜਾਂਦਿਆਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਵੈਦ ਜੀ ਤੇ ਸਰਦਾਰ ਜੀ ਵੀ ਫਤਿਹ ਦਾ ਉੱਤਰ ਦੇਣ ਲਈ ਖੜੇ ਹੋ ਗਏ। ਵੈਦ ਜੀ ਬਾਬਾ ਜੀ ਵਾਲੇ ਮੰਜੇ ਤੋਂ ਉੱਠ ਕੇ ਦੂਸਰੇ ਮੰਜੇ ਵੱਲ ਹੋਣ ਲੱਗੇ ਤਾਂ ਬਾਬਾ ਜੀ ਨੇ ਵੈਦ ਹੋਰਾਂ ਦੀ ਬਾਂਹ ਫੜ ਕੇ ਆਪਣੇ ਸਿਰਹਾਣੇ ਵੱਲ ਹੀ ਬਹਿਣ ਲਈ ਮਜਬੂਰ ਕਰ ਦਿੱਤਾ ਤੇ ਬਚਨ ਕੀਤਾ ਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਦਰਸ਼ਨ ਦਿੱਤੇ ਹਨ, ਦੂਸਰੇ ਗੁਰੂ ਮਹਾਰਾਜ ਨੇ ਸਾਨੂੰ ਸਿੱਖਾਂ ਨੂੰ ਬਰਾਬਰਤਾ ਬਖਸ਼ੀ ਹੈ। ਅਸੀਂ ਸਾਰੇ ਉਸ ਪ੍ਰਮਾਤਮਾ ਦੇ ਪੁੱਤਰ ਹਾਂ ਤੇ ਗੁਰੂ ਕੇ ਸਿੱਖ ਹੋਣ ਕਰਕੇ ਗੁਰਭਾਈ ਹਾਂ। ਸਾਡੇ ਤਾਂ 2 ਰਿਸ਼ਤੇ ਬਣ ਜਾਂਦੇ ਹਨ, ਸੋ ਭਰਮ ਨਾ ਕਰੋ। ਤੇ ਬਾਂਹ ਫੜ ਕੇ ਵੈਦ ਹੋਰਾਂ ਨੂੰ ਆਪਣੇ ਸਿਰਹਾਣੇ ਵੱਲ ਬਿਠਾ ਲਿਆ। ਵੈਦ ਜੀ ਮਨ ਵਿੱਚ ਪਛਤਾਉਣ 1-2 ਵਾਰੀ ਉੱਠਣ ਦਾ ਯਤਨ ਵੀ ਕੀਤਾ ਤੇ ਕਿਹਾ ਕਿ ਬਾਬਾ ਜੀ, ਮੈਂ ਤੁਹਾਡੇ ਸਾਹਮਣੇ ਮੰਜੇ ਤੇ ਬੈਠ ਜਾਂਦਾ ਹਾਂ, ਪਰ ਆਪ ਜੀ ਤਾਂ ਨੇ ਸਿਰਹਾਣੇ ਵਾਲੇ ਪਾਸੇ ਹੀ ਬਹਿਣ ਲਈ ਮਜਬੂਰ ਕੀਤਾ। ਸਿੰਘ ਜਲ ਪਾਣੀ ਲੈ ਆਇਆ ਤੇ ਬਾਬਾ ਜੀ ਨੇ ਆਪ ਵਰਤਾਉਣ ਦੀ ਸੇਵਾ ਕੀਤੀ। ਥੋੜੀ ਦੇਰ ਗੁਰਮਤਿ ਦੇ ਬਚਨ ਬਲਾਸ ਕੀਤੇ। ਅਖੀਰ ਬਾਬਾ ਜੀ ਨੇ ਪੁੱਛਿਆ ਕਿ ਆਪ ਜੀ ਆਏ ਕਿੱਥੇ ਹੋ ਤੇ ਜਾਣਾ ਕਿੱਧਰ ਨੂੰ ਹੈ। ਵੈਦ ਜੀ ਨੇ ਆਪਣੀ ਤੇ ਸਰਦਾਰ ਜਸਜੀਤ ਸਿੰਘ ਹੋਰਾਂ ਦੀ ਜਾਣ ਪਛਾਣ ਕਰਵਾਈ ਤੇ ਪ੍ਰੋਗਰਾਮ ਦੱਸਿਆ। ਬਾਬਾ ਜੀ ਨੇ ਕਿਹਾ ਕਿ ਅਸੀਂ ਆਪ ਜੀ ਨੂੰ ਇੱਥੇ ਜਾਂ ਬਾਹਰ ਧੁੱਪੇ ਮੰਜੇ ਵਿਛਾ ਦਿੰਦੇ ਹਾਂ, ਥੋੜਾ ਆਰਾਮ ਕਰ ਲਓ। ਸਾਡਾ ਅਜੇ ਸੁਖਮਨੀ ਸਾਹਿਬ ਦਾ ਪਾਠ ਰਹਿੰਦਾ ਹੈ, ਉਹ ਪੂਰਾ ਕਰਨਾ ਹੈ। ਜੇ ਤੁਹਾਡੇ ਪਾਸ ਸਮਾਂ ਹੈ ਤੇ ਮਨ ਚਾਹੁੰਦਾ ਹੈ ਤਾਂ ਪਾਠ ਸਰਵਣ ਕਰ ਲਓ। ਪਰ ਵੈਦ ਜੀ ਨੇ ਦੁਨਿਆਵੀ ਰੁਝੇਵੇਂ ਦੱਸ ਕੇ ਆਪ ਜੀ ਪਾਸੋਂ ਵਿਦਿਆ ਲੈ ਲਈ। ਰਸਤੇ ਵਿੱਚ ਵੈਦ ਹੋਰਾਂ ਨੇ ਜਸਜੀਤ ਸਿੰਘ ਹੋਰਾਂ ਨੂੰ ਕਈ ਵਾਰ ਦੁਹਰਾਇਆ ਕਿ ਮੈਂ ਜ਼ਿੰਦਗੀ ਵਿੱਚ ਇਹ ਬਹੁਤ ਵੱਡੀ ਗਲਤੀ ਕੀਤੀ ਹੈ। ਇੱਕ ਪੂਰਨ ਮਹਾਂਪੁਰਖ ਦੀ ਪਰਖ ਕਰਨ ਲਈ ਉਹਨਾਂ ਦੇ ਸਿਰਹਾਣੇ ਬੈਠ ਕੇ ਪਾਪ ਖੱਟਿਆ ਹੈ। ਉਹਨਾਂ ਨੂੰ ਤਾਂ ਮੇਰੇ ਸਿਰਹਾਣੇ ਵੱਲ ਬੈਠਣ ਕਾਰਨ ਰਤਾ ਲੇਸ ਮਾਤਰ ਵੀ ਨਹੀਂ ਹੋਈ। ਮਨ ਵਿੱਚ ਮੇਰੇ ਪ੍ਰਤੀ ਬੁਰੀ ਭਾਵਨਾ ਦਾ ਖਿਆਲ ਤਾਂ ਕੀ, ਸਗੋਂ ਉਹਨਾਂ ਨੇ ਜ਼ਰੂਰਤ ਤੋਂ ਵੱਧ ਪਿਆਰ ਬਖਸ਼ਿਆ। ਜਿੰਨਾ ਚਿਰ ਸੰਤਾਂ ਕੋਲ ਬੈਠੇ ਹਾਂ, ਬਾਹਰਲੇ ਫੁਰਨੇ ਵੀ ਬੰਦ ਰਹੇ, ਸ਼ਾਂਤੀ ਤੇ ਖੇੜਾ ਮਹਿਸੂਸ ਕੀਤਾ। ਸੰਤਾਂ ਪਾਸੋਂ ਤੋਂ ਸ਼ਾਂਤੀ ਮਿਲਣੀ ਹੀ ਸੀ। ਇਸ ਛੰਨ ਵਿੱਚ ਵੜਦਿਆਂ ਹੀ ਕੁਝ ਹੋਰ ਤਰ੍ਹਾਂ ਦਾ ਆਨੰਦ ਅਨੁਭਵ ਹੋਇਆ। ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਘਟਨਾ ਹੈ। ਨਹੀਂ ਤਾਂ ਕਈ ਵਾਰੀ ਸੰਤਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਉਹਨਾਂ ਦੇ ਚੇਲੇ ਬੰਦੇ ਨੂੰ ਰੈਲਾ ਕਰ ਦਿੰਦੇ ਨੇ। ਬਾਕੀ ਜੇਕਰ ਕੋਈ ਕਸਰ ਰਹਿ ਜਾਵੇ ਤਾਂ ਮਹਾਤਮਾ ਜਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਦੇਵੋ। ਚਰਨਾਂ ਤੇ ਸਿਰ ਰੱਖ ਕੇ ਮੱਥਾ ਨਾ ਟੇਕੋ ਤਾਂ ਰਹਿੰਦੀ ਕਸਰ ਉਹ ਕੱਢ ਦਿੰਦੇ ਹਨ। ਜਸਜੀਤ ਸਿੰਘ, ਮੇਰੀ ਜ਼ਿੰਦਗੀ ਵਿੱਚ ਤੇ ਪਹਿਲਾ ਮੌਕਾ ਹੈ ਕਿ ਮੈਂ ਇੱਕ ਸਿੱਖ ਸੰਤ ਦੇ ਦਰਸ਼ਨ ਕੀਤੇ ਹਨ
ਜੋ ਇੱਕ ਸਧਾਰਨ ਜਗਿਆਸੂ ਨੂੰ ਵੀ ਗੁਰਸਿੱਖ ਭਰਾ ਕਹਿ ਕੇ ਸਨਮਾਨ ਦਿੰਦੇ ਹਨ। ਗੁਰੂ ਮਹਾਰਾਜ ਜੀ ਨੇ ਤਾਂ ਕਿਹਾ ਹੀ ਹੈ ਕਿ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਇਹੋ ਜਿਹੇ ਵਿਰਲੇ ਕਿਤੇ ਭਾਗਾਂ ਨਾਲ ਹੀ ਗੁਰਮੁਖ ਰੂਹਾਂ ਦੇ ਦਰਸ਼ਨ ਹੁੰਦੇ ਹਨ। ਵੈਦ ਜੀ ਦੇ ਮਨ ਤੇ ਬਾਬਾ ਜੀ ਦੀ ਨਿਮਰਤਾ ਤੇ ਨਾਮ ਸਿਮਰਨ ਦੀ ਕਮਾਈ ਦਾ ਗਹਿਰਾ ਅਸਰ ਹੋਇਆ। ਜਦੋਂ ਵੀ ਵੈਦ ਹੋਰਾਂ ਨੇ ਇਸ ਸੜਕੇ ਲੰਘਣਾ, ਜ਼ਰੂਰ ਬਾਬਾ ਜੀ ਨੂੰ ਮਿਲ ਕੇ ਜਾਣਾ। ਉਚੇਚਾ ਸਮਾਗਮਾਂ ਤੇ ਵੀ ਕਈ ਵਾਰ ਹਾਜ਼ਰੀ ਭਰ ਕੇ ਧੰਨ ਭਾਗ ਸਮਝਣੇ। ਬਾਬਾ ਜੀ ਦੇ ਅੰਦਰ ਇੰਨੀ ਨਿਮਰਤਾ ਤੇ ਮਨ ਦੀ ਗਰੀਬੀ ਸੀ ਕਿ ਛੋਟੇ ਬੱਚਿਆਂ ਨੂੰ ਵੀ ਜੀ ਕਹਿ ਕੇ ਬੁਲਾਉਂਦੇ ਸਨ। ਆਪ ਜੀ ਦੀ ਜ਼ੁਬਾਨ ਵਿੱਚੋਂ ਓਏ ਜਾਂ ਤੂੰ ਸ਼ਬਦ ਕਦੀ ਕਿਸੇ ਨੇੜੇ ਦੇ ਸੰਗੀ ਨੇ ਨਹੀਂ ਸੁਣਿਆ। ਆਪ ਹਮੇਸ਼ਾ ਕਹਿੰਦੇ ਸਨ ਕਿ ਅਸੀਂ ਸਾਰੇ ਇੱਕ ਪ੍ਰਭੂ ਪਰਮੇਸ਼ਰ ਦਾ ਪਰਿਵਾਰ ਹਾਂ। ਜਿਵੇਂ ਪਰਿਵਾਰ ਵਿੱਚੋਂ ਕੋਈ ਵੱਡਾ ਕੋਈ ਛੋਟਾ ਹੁੰਦਾ ਹੈ, ਹੈਨ ਸਾਰੇ ਪਰਿਵਾਰ ਦੇ ਮੈਂਬਰ ਹੀ। ਉਮਰ ਕਰਕੇ ਭਾਵੇਂ ਕੋਈ ਵੱਡਾ ਹੈ, ਪਰ ਕਈ ਵਾਰ ਛੋਟੀ ਉਮਰ ਵਾਲੇ ਵੀ ਸਰੀਰ ਵਿੱਚ ਵੀ ਬਹੁਤ ਮਹਾਨ ਆਤਮਾ ਹੁੰਦੀ ਹੈ। ਸੋ ਸਾਰਿਆਂ ਵਿੱਚ ਉਸ ਪ੍ਰਭੂ ਦੀ ਅੰਸ਼ ਜਾਣ ਕੇ ਸਭ ਦਾ ਸਤਿਕਾਰ ਕਰਨਾ ਬਣਦਾ ਹੈ। ਪ੍ਰਭੂ ਖੁਸ਼ੀ ਲੈਣ ਲਈ ਤਾਂ ਕਬੀਰ ਜੀ ਦਾ ਬਚਨ ਦ੍ਰਿੜ ਕਰਨਾ ਪੈਂਦਾ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਤਥਾ ਗੁਰੂ ਅਰਜਨ ਦੇਵ ਜੀ ਦਾ ਫਰਮਾਨ, ਸਭ ਤੇ ਨੀਚ ਆਤਮ ਕਰ ਮਾਨੋ, ਮਨ ਮੈਂ ਇਹ ਸੁਖ ਧਾਰੋ, ਤਥਾ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਦੂਸਰੇ ਕਿਸੇ ਵੀ ਜਗਿਆਸੂ ਤੇ ਪਤਾ ਨਹੀਂ ਪਰਮੇਸ਼ਰ ਨੇ ਕਿਸ ਸਮੇਂ ਕਿੰਨੀ ਮਿਹਰ ਕਰ ਦੇਣੀ ਹੈ। ਸੋ ਕਿਸੇ ਨਾਲ ਵੀ ਗਲਾਨੀ ਨਹੀਂ ਕਰਨੀ ਚਾਹੀਦੀ। ਗੁਰੂ ਦਰ ਤਾਂ ਆਪਸ ਕੋ ਜੋ ਜਾਣੇ ਨੀਚਾ, ਸੋਊ ਗਨੀਐ ਸਭ ਤੇ ਉੱਚਾ। ਜੇ ਕੁਝ ਲਾਹਾ ਖੱਟਣਾ ਹੈ ਤਾਂ ਆਪਣੇ ਆਪ ਤੋਂ ਸਭ ਨੂੰ ਦੂਸਰਿਆਂ ਨੂੰ ਉੱਚਾ ਜਾਣੋ। ਆਪਸ ਤੇ ਉੱਪਰ ਸਭ ਜਾਣੋ, ਤਉ ਦਰਗਹਿ ਸੁਖ ਪਾਵੋ। ਇਸ ਦੇ ਉਲਟ ਜੋ ਆਪਣੇ ਆਪ ਨੂੰ ਚੰਗਾ ਜਾਣਦਾ ਹੈ, ਉਹ ਗੁਰੂ ਦ੍ਰਿਸ਼ਟੀ ਵਿੱਚ ਪ੍ਰਵਾਨ ਨਹੀਂ ਚੜ੍ਹਦਾ। ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ। ਸਰਬ ਕੀ ਰੇਣ ਜਾਂ ਕਾ ਮਨ ਹੋਏ, ਕਉ ਨਾਨਕ ਤਾਂ ਕੀ ਨਿਰਮਲ ਸੋਏ। ਇਹ ਮਨ ਦੀ ਨਿਰਮਲਤਾ, ਮਨ ਦੀ ਗਰੀਬੀ ਗੱਲੀ ਬਾਤੀ ਨਹੀਂ ਪ੍ਰਾਪਤ ਹੁੰਦੀ। ਇਹ ਤਾਂ ਨਾਮ ਸਿਮਰਨ ਅਤੇ ਗੁਰ ਉਪਦੇਸ਼ ਦੀ ਕਮਾਈ ਦੁਆਰਾ ਹੀ ਨਸੀਬ ਹੁੰਦੀ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ। ਗਰਮੀ ਦੇ ਦਿਨ ਸਨ। ਹਰ ਰੋਜ਼ ਦੀ ਤਰ੍ਹਾਂ ਬਾਬਾ ਜੀ ਆਪਣੇ ਨਾਮ ਸਿਮਰਨ ਦੇ ਨਿਯਮ ਤੋਂ ਵਿਹਲੇ ਹੋ ਕੇ ਸੰਗਤ ਵਿੱਚ ਆ ਬਰਾਜੇ। ਕਾਫੀ ਸਾਰੀ ਸੰਗਤ ਦੂਰ ਦੁਰੇਡੇ ਤੋਂ ਬਾਬਾ ਜੀ ਦੇ ਦਰਸ਼ਨਾਂ ਲਈ ਆਈ ਹੋਈ ਸੀ। ਬਚਨ ਬਿਲਾਸ ਕਰਦਿਆਂ ਇੱਕ ਪ੍ਰੇਮੀ ਨੇ ਪੁੱਛਿਆ ਕਿ ਬਾਬਾ ਜੀ, ਕਿਰਪਾ ਕਰਕੇ ਇਹ ਦੱਸੋ ਕਿ ਮਨੁੱਖ ਜੋ ਮਾੜੇ ਚੰਗੇ ਕੰਮ ਕਰਦਾ ਹੈ, ਸੋ ਉਸ ਦਾ ਹਿਸਾਬ ਇੱਥੇ ਹੀ ਮੁੱਕ ਜਾਂਦਾ ਹੈ ਜਾਂ ਅਗਾਂਹ ਦਰਗਾਹ ਵਿੱਚ ਵੀ ਕਿਸੇ ਕਿਸਮ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ। ਬਾਬਾ ਜੀ ਉਸ ਪ੍ਰੇਮੀ ਦਾ ਬਚਨ ਸੁਣ ਕੇ ਉਸ ਨੂੰ ਪੁੱਛਣ ਲੱਗੇ ਕਿ ਕੀ ਤੁਸੀਂ ਗੁਰਬਾਣੀ ਪੜ੍ਹਦੇ ਹੋ? ਉਸ ਪ੍ਰੇਮੀ ਨੇ ਉੱਤਰ ਦਿੱਤਾ ਕਿ ਹਾਂ ਜੀ, ਹਰ ਰੋਜ਼ ਨਿਤਨੇਮ ਵੀ ਕਰਦਾ ਹਾਂ ਤਥਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਵੀ ਕਈ ਵਾਰ ਕਰਨ ਦਾ ਸੁਭਾਗ ਬਣ ਆਇਆ ਹੈ। ਬਾਬਾ ਜੀ ਕਹਿਣ ਲੱਗੇ ਕਿ ਗੁਰਬਾਣੀ ਵਿੱਚ ਤਾਂ ਇਸ ਪ੍ਰਥਾਏ ਸਤਿਗੁਰੂ ਜੀ ਨੇ ਬਹੁਤ ਵਿਸਥਾਰ ਨਾਲ ਸਭ ਕੁਝ ਦੱਸਿਆ ਹੋਇਆ ਹੈ। ਕਿਸੇ ਕਿਸਮ ਦਾ ਕੋਈ ਵੀ ਭਰਮ ਭੁਲੇਖਾ ਨਹੀਂ ਛੱਡਿਆ, ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ। ਉਸ ਪ੍ਰੇਮੀ ਨੇ ਮੁੜ ਕੇ ਕਿਹਾ, ਬਾਬਾ ਜੀ, ਪੜ੍ਹਿਆ ਤਾਂ ਸਭ ਕੁਝ ਹੈ, ਪਰੰਤੂ ਜਿਸ ਬਾਣੀ ਵਿੱਚ ਧਰਮ ਰਾਏ, ਲੇਖੇ ਜੋਖੇ ਜਾਂ ਮਿਲਣ ਵਾਲੀਆਂ ਸਜ਼ਾਵਾਂ ਆਦਿਕ ਦਾ ਵਰਣਨ ਹੁੰਦਾ ਹੈ, ਕਈ ਇੱਕ ਵਿਦਵਾਨ ਲੋਕ ਉਸ ਬਾਣੀ ਨੂੰ ਭਿਆਨਕ ਬਾਣੀ ਦੱਸਦੇ ਹਨ ਕਿ ਕੇਵਲ ਜੀਵ ਨੂੰ ਮਾੜੇ ਕਰਮਾਂ ਤੋਂ ਹਟਾਉਣ ਹਿੱਤ ਡਰਾਉਣ ਵਾਸਤੇ ਹੀ ਸਤਿਗੁਰੂ ਜੀ ਨੇ ਰਚੀ ਹੈ। ਪ੍ਰੇਮੀ ਦਾ ਇਹ ਬਚਨ ਸੁਣ ਕੇ ਬਾਬਾ ਜੀ ਕੁਝ ਦੇਰ ਲਈ ਚੁੱਪ ਰਹੇ ਤੇ ਫਿਰ ਬੋਲੇ ਕਿ ਇਹਨਾਂ ਦੀ ਤਾਂ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਗੱਲਬਾਤ ਬਣੀ ਹੋਈ ਹੈ ਕਿ ਲਿਖ ਲਿਖ ਪੜ੍ਹਿਆ ਤੇ ਤਾਂ ਕੜਿਆ। ਅਥਵਾ ਗੁਰੂ ਅਮਰਦਾਸ ਜੀ ਨੇ ਵੀ ਅਜਿਹੇ ਅਖੌਤੀ ਵਿਦਵਾਨਾਂ ਬਾਰੇ ਹੁਕਮ ਕੀਤਾ ਹੈ ਕਿ ਪੜ੍ਹ ਪੜ੍ਹ ਲੂਝੈ ਬਾਦ ਬਖਾਣੈ, ਮਿਲ ਮਾਇਆ ਸੁਰਤ ਗਵਾਈ ਵਾਲੀ ਗੱਲ ਇਹਨਾਂ ਦੀ ਹੈ। ਇਹਨਾਂ ਕਰਨੀ ਤੋਂ ਹੀਣੇ ਫੋਕੇ ਵਿਦਵਾਨਾਂ ਨੇ ਤਾਂ ਜੀਵਾਂ ਨੂੰ ਕੁਰਾਹੇ ਪਾ ਛੱਡਿਆ ਹੋਇਆ ਹੈ। ਬਸ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਜੀਆਂ ਅਖੌਤਾਂ ਲੋਕਾਈ ਨੂੰ ਸੁਣਾ ਕੇ ਲੋਕਾਂ ਨੂੰ ਮਾੜੇ ਪਾਸੇ ਲਾ ਕੇ ਪਰਮੇਸ਼ਰ ਤੋਂ ਦੂਰ ਕਰੀ ਜਾ ਰਹੇ ਹਨ। ਇੱਥੇ ਹੀ ਬਸ ਨਹੀਂ, ਆਏ ਦਿਨ ਪਰਮੇਸ਼ਰ ਜੀ ਦੀ ਬਾਣੀ ਉੱਪਰ ਵੀ ਤਰਕ ਕਰਨਾ ਅਤੇ ਪਰਮੇਸ਼ਰ ਜੀ ਦੀ ਬਾਣੀ ਉੱਪਰ ਕਈ ਤਰ੍ਹਾਂ ਦੇ ਸ਼ੰਕੇ ਉਠਾਉਣ ਤੋਂ ਵੀ ਇਹ ਗੁਰੇਜ਼ ਨਹੀਂ ਕਰਦੇ। ਪਹਿਲਾਂ ਤਾਂ ਆਪਾਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਪੜ੍ਹੇ ਹੋਏ ਦੀ ਮੱਤ ਉੱਚੀ ਹੈ ਜਾਂ ਸਤਿਗੁਰੂ ਜੀ ਦੀ ਦ੍ਰਿਸ਼ਟੀ ਦੀਰਘ ਹੈ, ਅਤੇ ਅਸੀਂ ਪੜ੍ਹਿਆ ਹੋਇਆਂ ਇਹਨਾਂ ਵਿਦਵਾਨਾਂ ਤੋਂ ਅਗਵਾਈ ਲੈਣੀ ਹੈ ਜਾਂ ਸਤਿਗੁਰੂ ਜੀ ਨੂੰ ਸ਼੍ਰੋਮਣੀ ਮੰਨ ਕੇ ਉਹਨਾਂ ਦੀ ਮੱਤ ਉੱਪਰ ਪੂਰਨ ਭਰੋਸਾ ਕਰਕੇ ਜੀਵਨ ਬਸਰ ਕਰਨਾ ਹੈ। ਜੇਕਰ ਤਾਂ ਅਸੀਂ ਸਤਿਗੁਰੂ ਜੀ ਨੂੰ ਪਰਮੇਸ਼ਰ ਦਾ ਸਰੂਪ ਮੰਨਦੇ ਹਾਂ, ਤਦ ਉਹਨਾਂ ਨੇ ਗੁਰਬਾਣੀ ਵਿੱਚ ਸਾਨੂੰ ਪੂਰਨ ਭਰੋਸਾ ਕਰਕੇ ਗੁਰਬਾਣੀ ਆਸ਼ੇ ਅਨੁਸਾਰ ਤੁਰਨ ਦੀ ਪ੍ਰੇਰਨਾ ਦਿੱਤੀ ਹੈ ਤੇ ਹੁਕਮ ਕੀਤਾ ਹੈ ਕਿ ਹੇ ਗੁਰਸਿੱਖੋ, ਅਕਾਲ ਪੁਰਖ ਦੀ ਬਾਣੀ ਨੂੰ ਸੱਚ ਕਰਕੇ ਮੰਨਣਾ ਕਰੋ, ਕਿਉਂਕਿ ਇਹ ਕਰਤਾ ਪੁਰਖ ਜੀ ਦੇ ਆਪਣੇ ਬਚਨ ਹਨ। ਪ੍ਰਭੂ ਨੇ ਤਾਂ
ਸਾਕਾਰ ਕਰਨ ਲਈ ਸਾਡੇ ਮੂੰਹੋਂ ਇਹਨਾਂ ਬਚਨਾਂ ਨੂੰ ਸਾਕਾਰ ਕਰਨ ਹੀ ਕਰਾਇਆ ਹੋਇਆ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਅਤੇ ਰਾਮਕਲੀ ਰਾਗ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਹੇ ਜਗਿਆਸੂ, ਉਸ ਕਰਤੇ ਦੇ ਪਿਆਰੇ ਸਤਿਪੁਰਖਾਂ ਭਾਵ ਸੰਤ ਜਨਾਂ ਦੀ ਸੱਚੀ ਸਿੱਖਿਆ ਸੁਣ, ਕਿਉਂਕਿ ਉਹ ਆਪਣੇ ਮੁਖਾਰਬਿੰਦ ਚੋਂ ਉਹ ਹੀ ਬੋਲਦੇ ਹਨ ਜੋ ਉਹਨਾਂ ਆਪਣੀਆਂ ਅੱਖਾਂ ਨਾਲ ਵੇਖਿਆ ਹੁੰਦਾ ਹੈ। ਰਾਮਕਲੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 894 ਉੱਪਰ ਸੁਸ਼ੋਭਿਤ ਹੈ ਕਿ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ। ਸੋ ਇਸ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨੀ ਵੀ ਗੁਰਬਾਣੀ ਹੈ ਉਹ ਤ੍ਰੈ ਕਾਲ ਅੱਖਰ ਅੱਖਰ ਸਤ ਹੈ। ਇਸ ਵਿੱਚ ਰੰਚਕ ਮਾਤਰ ਵੀ ਅਤ ਕਥਨੀ ਨਹੀਂ ਹੈ। ਮਨੁੱਖ ਜਿਹੋ ਜਿਹੇ ਵੀ ਇਸ ਸੰਸਾਰ ਵਿੱਚ ਕਰਮ ਕਰਦਾ ਹੈ, ਉਹਨਾਂ ਸਾਰੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਅਗਾਂਹ ਦਰਗਾਹ ਵਿੱਚ ਜ਼ਰੂਰ ਹੁੰਦਾ ਹੈ। ਫੇਰ ਕੀਤੇ ਕਰਮਾਂ ਅਨੁਸਾਰ ਹੀ ਮਨੁੱਖ ਨੂੰ ਜੂਨ ਮਿਲਦੀ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਫਰਮਾਨ ਜਪਜੀ ਸਾਹਿਬ ਵਿੱਚ ਆਪਾਂ ਗੁਰਸਿੱਖ ਹਰ ਰੋਜ਼ ਪੜ੍ਹਦੇ ਹਾਂ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਤਥਾ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲੇਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਸ੍ਰੀ ਰਾਗ ਵਿੱਚ ਹੈ, ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੈ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿੰਨਾ ਸਪਸ਼ਟ ਕਰਕੇ ਕੀਤੇ ਕਰਮਾਂ ਪਰਤਾਏ ਫਰਮਾਨ ਕਰਦੇ ਹਨ, ਜੋ ਆਪਾਂ ਅਕਸਰ ਆਸਾ ਜੀ ਦੀ ਵਾਰ ਵਿੱਚ ਸਰਵਣ ਕਰਦੇ ਹਾਂ ਜਾਂ ਪੜ੍ਹਦੇ ਹਾਂ। ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ, ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨ ਪਾਇਨ ਕੂੜਿਆਰ, ਮੂੰਹ ਕਾਲੈ ਦੋਜਕ ਚਾਲਿਆ, ਤੇਰਾ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਇਸ ਤੋਂ ਇਲਾਵਾ ਇਹ ਪਾਵਨ ਬਚਨ ਵੀ ਆਸਾ ਜੀ ਦੀ ਵਾਰ ਵਿੱਚ ਆਪਾਂ ਸਰਵਣ ਕਰਦੇ ਹਾਂ। ਆਪੀ ਨੇ ਭੋਗ ਭੋਗ ਕੈ ਹੋਏ ਭਸਮਣ ਭੌਰ ਸਧਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੈ ਜਨਮ ਗਵਾਇਆ। ਇਸ ਅਟਲ ਸਚਾਈ ਨੂੰ ਸਾਹਿਬ ਪੰਚਮ ਪਾਤਸ਼ਾਹ ਜੀ ਇਸ ਪ੍ਰਕਾਰ ਵਰਣਨ ਕਰਦੇ ਹਨ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਧਾਣੀਆਂ ਤਿਉ ਮੱਥੇ ਧਰਮ ਰਾਏ। ਭਗਤ ਰਵਿਦਾਸ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ ਹਨ ਕਿ ਜਦੋਂ ਜੀਵ ਆਤਮਾ ਦਾ ਲੇਖਾ ਹੁੰਦਾ ਹੈ ਤਾਂ ਜੋ ਲੁਕ ਛਿਪ ਕੇ ਵੀ ਕਰਮ ਕੀਤੇ ਹੁੰਦੇ ਹਨ ਉਹ ਪ੍ਰਤੱਖ ਉਗੜ ਕੇ ਸਾਹਮਣੇ ਆ ਜਾਂਦੇ ਹਨ ਤੇ ਜੀਵ ਆਤਮਾ ਬੜੀ ਹੈਰਾਨ ਹੁੰਦੀ ਹੈ। ਮਲਹਾਰ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਪਾਵਨ ਬਚਨ ਹੈ, ਕਉ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਅਤੇ ਜਪਜੀ ਸਾਹਿਬ ਵਿੱਚ ਗੁਰਨੇਵ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਅਗਾਂਹ ਲੇਖਾ ਲੈਣ ਅਤੇ ਕੀਤੇ ਹੋਏ ਭੈੜੇ ਕਰਮਾਂ ਅਨੁਸਾਰ ਮਿਲਣ ਵਾਲੀਆਂ ਸਜ਼ਾਵਾਂ ਪਰਥਾਏ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਪਸ਼ਟ ਰੂਪ ਵਿੱਚ ਫਰਮਾਨ ਕੀਤਾ ਹੈ ਕਿ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸਨ ਆਕੀਆਂ ਬਾਕੀ ਜਿਨਾ ਰਹੀ, ਅਜ਼ਰਾਈਲ ਫਰੇਸਤਾ ਹੋਸੀ ਆਏ ਤਈ, ਆਵਣ ਜਾਣ ਨ ਸੁਝਈ ਭੀੜੀ ਗਲੀ ਫਹੀ, ਕੂੜ ਨਕੁੱਟੇ ਨਾਨਕਾ ਓੜਕ ਸੱਚ ਰਹੀ। ਅਤੇ ਪੰਜਵੇਂ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਉਪਰੋਕਤ ਵਿਚਾਰਾਂ ਦੀ ਪ੍ਰੋੜਤਾ ਵਿੱਚ ਗੁਰਬਾਣੀ ਉਚਾਰਨ ਕਰਦੇ ਹੋਏ ਜੀਵ ਨੂੰ ਸੁਚੇਤ ਕਰਦੇ ਹਨ। ਜੋ ਸ਼ਬਦ ਮਾਰੂ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1019 ਉੱਪਰ ਅੰਕਿਤ ਹੈ, ਵਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਨ ਮਿੱਠੇ, ਆਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਆਂ, ਪਾਪ ਕਰੇਂਦੜ ਸਰਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆਂ, ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਵੰਝੇਸਾ, ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜਿਉ ਕਹਾਣੀਆਂ, ਖੁਸ ਖੁਸ ਲੈਂਦਾ ਵਸਤ ਪਰਾਈ, ਵੇਖੈ ਸੁਣੈ ਤੇਰੇ ਨਾਲ ਖੁਦਾਈ, ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁਖ ਸਹਿ ਪ੍ਰਾਣੀਆਂ, ਖਾਲਕ ਥਾਮੋ ਭੁੱਲਾ ਮੁੱਠਾ,
ਦੁਨੀਆ ਖੇਲ ਬੁਰਾ ਰੁੱਠ ਤੁੱਠਾ, ਸਿਦਕ ਸਬੂਰੀ ਸੰਤ ਨ ਮਿਲਿਓ, ਵੱਤੈ ਆਪਣ ਭਾਣੀਆਂ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਜਿਉ ਨਚਾਏ ਤਿਉ ਤਿਉ ਨੱਚਨ, ਸਿਰ ਸਿਰ ਕਿਰਤ ਵਿਹਾਣੀਆਂ। ਮਿਹਰ ਕਰੇ ਤਾਂ ਖਸਮ ਧਿਆਈ, ਸੰਤਾਂ ਸੰਗਤ ਨਰਕ ਨ ਪਾਈ। ਅੰਮ੍ਰਿਤ ਨਾਮ ਦਾਨ ਨਾਨਕ ਕਉ, ਗੁਣ ਗੀਤਾ ਨਿਤ ਵਖਾਣੀ। ਸੋ ਇਸ ਲਈ ਹੈ ਜਗਿਆਸੂ ਜਨੋ, ਆਪਾਂ ਸਾਰਿਆਂ ਨੂੰ ਗੁਰੂ ਕੀ ਬਾਣੀ ਉੱਪਰ ਪੂਰਨ ਭਰੋਸਾ ਕਰਕੇ ਸਤ ਕਰਕੇ ਮੰਨਣਾ ਚਾਹੀਏ, ਕਿਉਂਕਿ ਇਹ ਪਰਮੇਸ਼ਰ ਜੀ ਦਾ ਸਰੂਪ ਹੈ। ਦੂਸਰੇ ਗੁਰੂ ਕਿਰਪਾ ਸਦਕਾ ਮੈਂ ਆਪ ਧਰਮਰਾਜਾ ਤੇ ਉਸ ਦੀ ਪੂਰੀ ਖੁਦ ਤੱਕੀ ਹੈ। ਬਾਬਾ ਜੀ ਨੇ ਦੱਸਿਆ, ਜਿਵੇਂ ਜਿਵੇਂ ਧਰਮਰਾਜ ਦੇ ਹੁਕਮ ਨਾਲ ਮੰਦਕਰਮੀ ਜੀਵਾਂ ਨੂੰ ਆਪਣੇ ਕੀਤੇ ਕਰਮਾਂ ਦੀ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਹਨ, ਉਹ ਵੀ ਸਾਰਾ ਹਾਲ ਅੱਖੀਂ ਦੇਖਿਆ ਹੈ। ਉੱਥੇ ਸੂਖਮ ਸਰੀਰ ਰਾਹੀਂ ਆਤਮਾ ਜੋ ਦੁੱਖ ਭੋਗਦੀ ਹੈ, ਉਹ ਦੱਸੇ ਨਹੀਂ ਜਾ ਸਕਦੇ। ਇਸ ਵਾਰਤਾਲਾਪ ਸਮੇਂ ਬਾਬਾ ਜੀ ਨੇ ਕੁਝ ਇੱਕ ਸਜ਼ਾਵਾਂ ਦਾ ਵੇਰਵਾ ਵੀ ਦਿੱਤਾ ਕਿ ਕਿਵੇਂ ਇਸ ਜੀਵ ਆਤਮਾ ਨੂੰ ਤੰਗ ਅਤੇ ਭੀੜੇ ਰਸਤਿਆਂ ਵਿੱਚ ਦੀ ਲੰਘਣਾ ਪੈਂਦਾ ਹੈ ਅਤੇ ਮੰਦ ਕਰਮੀਆਂ ਨੂੰ ਕਿਵੇਂ ਅੱਗ ਵਰਗੇ ਤੱਤੇ ਥੰਮਾਂ ਨਾਲ ਲਾਇਆ ਜਾਂਦਾ ਹੈ। ਕੁੰਭੀ ਨਰਕ ਬਾਬਤ ਵੀ ਬਾਬਾ ਜੀ ਨੇ ਦੱਸਣਾ ਕੀਤਾ। ਆਪ ਜੀ ਨੇ ਦੱਸਿਆ ਕਿ ਹਰੇਕ ਮਾੜੇ ਕਰਮ ਦੀਆਂ ਵੱਖ-ਵੱਖ ਸਜ਼ਾਵਾਂ ਨਿਯੁਕਤ ਹਨ, ਜੋ ਕਿ ਜੀਵ ਆਤਮਾ ਨੂੰ ਜ਼ਰੂਰ ਭੋਗਣੀਆਂ ਪੈਂਦੀਆਂ ਹਨ। ਅਜਿਹਾ ਦ੍ਰਿਸ਼ਟ ਸਤਿਗੁਰੂ ਜੀ ਦੀ ਕਿਰਪਾ ਨਾਲ ਇੱਕ ਵਾਰ ਨਹੀਂ, ਕਈ ਵਾਰ ਤੱਕਿਆ ਹੈ। ਅਗਾਂਹ ਬਾਬਾ ਜੀ ਨੇ ਬਚਨ ਕੀਤਾ ਕਿ ਇਸ ਦੇ ਉਲਟ ਜੋ ਜੀਵ ਗੁਰੂ ਕਿਰਪਾ ਸਦਕਾ ਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰਕੇ ਗੁਰੂ ਵਾਲੇ ਬਣ ਜਾਂਦੇ ਹਨ ਅਤੇ ਗੁਰੂ ਹੁਕਮ ਅਨੁਸਾਰ ਗੁਰ ਕਹਿਆ ਸਾਕਾਰ ਕਮਾਵੂ ਦੇ ਧਾਰਨੀ ਬਣ ਜਾਂਦੇ ਹਨ, ਉਹਨਾਂ ਦਾ ਨਾਤਾ ਧਰਮਰਾਜੇ ਨਾਲੋਂ ਟੁੱਟ ਜਾਂਦਾ ਹੈ। ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਸੋ ਹਰ ਗੁਣ ਗਾਵੈ। ਧਰਮ ਰਾਏ ਤਿਨਕਾ ਮਿੱਤ ਹੈ, ਜਮ ਮਗ ਨ ਪਾਵੈ। ਹਰ ਨਾਮ ਧਿਆਵੈ, ਦਿਨ ਸਰਾਤ ਹਰ ਨਾਮ ਸਮਾਵੈ। ਅਤੇ ਉਹ ਗੁਰੂ ਪਿਆਰੇ ਹਰੀ ਪਰਮੇਸ਼ਰ ਜੀ ਵਿੱਚ ਹੀ ਨਾਮ ਜਪ ਦੁਆਰਾ ਅਭੇਦ ਹੋ ਜਾਂਦੇ ਹਨ। ਜਿਵੇਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਜੈਤਸਰੀ ਰਾਗ ਵਿੱਚ ਹੈ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਤ ਪਾਰੇ, ਜਨ ਨਾਨਕ ਲੇਖਾ ਸਮਝਾ। ਧਰਮਰਾਜੇ ਨੇ ਆਪਣੇ ਕਰਿੰਦਿਆਂ ਭਾਵ ਜਮਦੂਤਾਂ ਨੂੰ ਇਹ ਹਦਾਇਤ ਕੀਤੀ ਹੋਈ ਹੈ ਕਿ ਜਿੱਥੇ ਸਾਧੂ ਜਾਂ ਮਹਾਂਪੁਰਖ ਜਨ ਜਾਂ ਪਰਮੇਸ਼ਰ ਜੀ ਦੇ ਪਿਆਰੇ ਭਜਨ ਬੰਦਗੀ ਕਰ ਰਹੇ ਹੋਣ, ਹੇ ਦੂਤੋ ਤੁਸੀਂ ਉੱਥੇ ਬਿਲਕੁਲ ਨਹੀਂ ਜਾਣਾ, ਤੇ ਜੇ ਤੁਸੀਂ ਗਲਤੀ ਨਾਲ ਵੀ ਕਿਤੇ ਉੱਥੇ ਚਲੇ ਗਏ ਤਾਂ ਅਸੀਂ ਬੜੀ ਬੁਰੀ ਤਰ੍ਹਾਂ ਫਸ ਜਾਵਾਂਗੇ। ਨਾ ਤੁਸੀਂ ਛੁੱਟੋਗੇ, ਨਾ ਮੇਰੀ ਤੇ ਨਾ ਹੀ ਸਾਡੀ ਜੰਪੁਰੀ ਦੀ ਖਲਾਸੀ ਹੋ ਸਕੇਗੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗੁਰਬਾਣੀ ਵਿੱਚ ਇਹ ਫਰਮਾਨ ਪੜ੍ਹਦੇ ਹਾਂ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਹਣਾ ਹਉ ਹਣਾ ਤੂੰ ਨਹਿ ਛੁਟੈ, ਨਿਕਟ ਨਾ ਜਾਈਓ ਦੂਤ। ਜੇ ਕਿਤੇ ਪਰਮੇਸ਼ਰ ਦੇ ਪਿਆਰੇ ਧਰਮਰਾਜ ਦੀ ਜੰਪੁਰੀ ਵਿੱਚ ਆਪਣੀ ਮੌਜ ਨਾਲ ਚਲੇ ਵੀ ਜਾਣ, ਤਦ ਧਰਮ ਰਾਜਾ ਬੜੇ ਸਤਿਕਾਰ ਸਤ ਉਹਨਾਂ ਗੁਰਮੁਖ ਪਿਆਰਿਆਂ ਦਾ ਆਦਰ ਸਤਿਕਾਰ ਕਰਦਾ ਹੋਇਆ ਐਸੇ ਬਚਨ ਬੋਲਦਾ ਹੈ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵੈ, ਕੀਤੋ ਭਵਨ ਪੁਨੀਤ। ਗੁਰਧਾਮ ਯਾਤਰਾ। ਜਿਵੇਂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਫਰਮਾਨ ਹੈ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਤਥਾ ਸਾ ਧਰਤੀ ਪਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਉਹਨਾਂ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਅਤੇ ਉੱਥੋਂ ਦੀ ਚਰਨ ਧੂੜੀ ਪਰਸਣ ਲਈ ਸੰਗਤਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਭਾਵੇਂ ਆਪ ਜੀ ਅਨੇਕਾਂ ਵਾਰ ਇਹਨਾਂ ਪਾਵਨ ਗੁਰਧਾਮਾਂ ਦੇ ਦਰਸ਼ਨ ਕਰ ਆਏ ਹੋ, ਪਰ ਆਪਣੀਆਂ ਬੱਸਾਂ ਕਿਰਾਏ ਉੱਪਰ ਲੈ ਕੇ ਪ੍ਰੇਮੀ ਸੰਗਤਾਂ ਸਮੇਤ ਗੁਰੂ ਚਰਨਾਂ ਦੀ ਛੋਹ ਨਾਲ ਪਵਿੱਤਰ ਹੋਏ ਇਹਨਾਂ ਗੁਰਧਾਮਾਂ ਦੇ ਦਰਸ਼ਨ ਆਪ ਜੀ ਸਾਰੀ ਸੰਗਤ ਨੂੰ ਜ਼ਰੂਰ ਕਰਵਾਓ। ਬਾਬਾ ਜੀ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਗੁਰਧਾਮਾਂ ਦੀ ਯਾਤਰਾ ਦਾ ਪੂਰਨ ਲਾਹਾ ਤਦ ਹੀ ਹੈ ਜੇਕਰ ਇਸ ਯਾਤਰਾ ਦੇ ਪੂਰੇ ਸਮੇਂ ਨੂੰ ਨਾਮ ਬਾਣੀ ਸਿਮਰਨ ਰਾਹੀਂ ਆਪਾਂ ਸਫਲ ਕਰੀਏ। ਯਾਤਰਾ ਜਾਣ ਤੋਂ ਪਹਿਲਾਂ ਸਾਡੇ ਮਨਾਂ ਵਿੱਚ ਗੁਰ ਅਸਥਾਨਾਂ ਅਤੇ ਗੁਰੂ ਚਰਨਾਂ ਨਾਲ ਪਿਆਰ ਬਣੇ। ਜਦ ਪਿਆਰੇ ਸਤਿਗੁਰਾਂ ਪ੍ਰਤੀ ਪਿਆਰ ਸਾਡੇ ਮਨਾਂ ਵਿੱਚ ਬਣ ਗਿਆ, ਤਦ ਸਤਿਗੁਰੂ ਜੀ ਦਾ ਪਿਆਰ ਪ੍ਰਾਪਤ ਹੋਵੇਗਾ। ਇਹਨਾਂ ਪਾਵਨ ਗੁਰ ਅਸਥਾਨਾਂ ਵਿੱਚੋਂ ਇਹ ਪਿਆਰ ਹੀ ਸਾਡੇ ਮਨਾਂ ਵਿੱਚ ਬੈਠ ਕੇ ਸਾਡੇ ਹਿਰਦੇ ਦੀ ਮੈਲ ਨੂੰ ਕੱਟ ਕੇ ਗੁਰੂ ਦੇ ਨੇੜੇ ਲਿਆਵੇਗਾ। ਜੇ ਕਿਤੇ ਗੁਰੂ ਮਿਹਰ ਸਦਕਾ ਇਹ ਗੁਰੂ ਪਿਆਰ ਸਦੀਵੀ ਬਣ ਜਾਵੇ, ਤਦ ਤਾਂ ਭਰਮ ਦੇ ਛੌੜ ਹੀ ਕੱਟੇ ਜਾਣਗੇ ਅਤੇ ਪਰਮੇਸ਼ਰ ਜੀ ਵਿੱਚ ਅਭੇਦਤਾ ਪ੍ਰਾਪਤ ਹੋ ਜਾਵੇਗੀ। ਸੋ ਇਸ ਪਿਆਰ ਨੂੰ ਪੈਦਾ ਕਰਨ ਲਈ ਯਾਤਰਾ ਜਾਣ ਤੋਂ ਪਹਿਲੇ ਯਤਨ ਕਰਨਾ ਪਵੇਗਾ ਅਤੇ ਇਸ ਯਤਨ ਨੂੰ ਯਾਤਰਾ ਦੌਰਾਨ ਜਾਰੀ ਰੱਖਣਾ ਹੋਵੇਗਾ। ਤੇ ਜੇ ਨਿਰਾ ਸੈਰ ਸਪਾਟਾ ਕਰਨ ਅਤੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੀ ਜਗ੍ਹਾ ਗੁਰਦੁਆਰੇ ਦੇਖਣ ਹੀ ਜਾਣਾ ਹੈ, ਤਦ ਇਸ ਨਾਲੋਂ ਘਰਾਂ ਦੇ ਕੰਮਕਾਰ ਕਰਨੇ ਬਿਹਤਰ ਹਨ। ਬਾਬਾ ਜੀ ਦੇ ਇਹ ਬਚਨ ਸੁਣ ਕੇ ਸੰਗਤਾਂ ਨੇ ਕਿਹਾ ਕਿ ਆਪ ਜੀ ਜੋ ਵੀ ਹੁਕਮ ਕਰੋ ਅਸੀਂ ਸਿਰ ਮੱਥੇ ਮੰਨਣ ਨੂੰ ਤਿਆਰ ਹਾਂ, ਪਰ ਆਪ ਜੀ ਸਾਡੇ ਨਾਲ ਜ਼ਰੂਰ ਚੱਲੋ। ਭਾਵੇਂ ਬਾਬਾ ਜੀ ਸਰੀਰ ਕਰਕੇ ਕਾਫੀ ਬਿਰਧ ਸਨ
ਅਤੇ ਪਹਿਲਾਂ ਕਈ ਵਾਰ ਇਹਨਾਂ ਗੁਰ ਅਸਥਾਨਾਂ ਦੀ ਚਰਨ ਛੋਹ ਪ੍ਰਾਪਤ ਕਰ ਆਏ ਸਨ, ਪਰ ਫਿਰ ਵੀ ਸੰਗਤਾਂ ਦਾ ਹੁਕਮ ਮੰਨ ਕੇ ਸੰਗਤ ਵਿੱਚ ਹੀ ਯਾਤਰਾ ਸੰਬੰਧੀ ਪ੍ਰੋਗਰਾਮ ਉਲੀਕ ਲਿਆ। ਸਭ ਤੋਂ ਪਹਿਲਾਂ ਯਾਤਰਾ ਜਾਣ ਲਈ ਸ਼ਰਤ ਇਹ ਰੱਖੀ ਗਈ ਕਿ ਜਿਸ ਵੀ ਪ੍ਰੇਮੀ ਨੇ ਯਾਤਰਾ ਜਾਣਾ ਹੋਵੇ ਉਹ ਜਾਣ ਤੋਂ ਪਹਿਲਾਂ ਘੱਟੋ ਘੱਟ ਮੂਲ ਮੰਤਰ ਦਾ 11,000 ਜਾਪ ਜ਼ਰੂਰ ਕਰੇ। ਵੱਧ ਤੋਂ ਵੱਧ ਜਿੰਨਾ ਕੋਈ ਕਰ ਸਕੇ ਉਨਾ ਹੀ ਲਾਹਾ ਹੈ। ਸਾਰਿਆਂ ਨੇ ਬੇਨਤੀ ਕੀਤੀ ਕਿ ਬਾਬਾ ਜੀ, ਇਸ ਵਿੱਚ ਤਾਂ ਸਾਡਾ ਹੀ ਆਪਣਾ ਭਲਾ ਹੈ, ਸੋ ਇਸੇ ਬਹਾਨੇ ਸਾਡਾ ਸਮਾਂ ਵੀ ਸਫਲ ਹੋਵੇਗਾ। ਦੂਸਰਾ ਨਿਯਮ ਇਹ ਕਿ ਜਿਨ੍ਹਾਂ ਗੁਰਸਿੱਖਾਂ ਨੇ ਜਾਣਾ ਹੈ ਉਹ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ। ਜੇ ਕਿਸੇ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਤਦ ਉਸ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਣਾ ਚਾਹੀਦਾ ਹੈ। ਇਹ ਮੁੱਢਲੇ 2 ਨਿਯਮਾਂ ਤੋਂ ਇਲਾਵਾ ਯਾਤਰਾ ਦੇ ਸਮੇਂ ਨੂੰ ਸਫਲ ਕਰਨ ਲਈ ਇਸ ਪ੍ਰਕਾਰ ਨਿਯਮ ਬਣਾਏ ਗਏ, ਜੋ ਕਿ ਛਪਵਾ ਕੇ ਸਾਰੇ ਯਾਤਰੀ ਸੰਗਤਾਂ ਨੂੰ ਵੰਡ ਦਿੱਤੇ ਤੇ ਯਾਤਰਾ ਦੇ ਪ੍ਰੋਗਰਾਮ ਦੀ ਕਾਪੀ ਵੀ ਉਹਨਾਂ ਨੂੰ ਦੇ ਦਿੱਤੀ। ਸੋ ਯਾਤਰਾ ਜਾਣ ਵਾਲੇ ਸਭ ਮਾਈਆਂ ਭਾਈਆਂ ਲਈ ਜੋ ਨਿਯਮ ਸਨ ਉਹ ਇਸ ਪ੍ਰਕਾਰ ਸਨ ਕਿ ਸਭ ਮਾਈ ਭਾਈ ਦੀਆਂ ਗਾਤਰੇ ਵਾਲੀਆਂ ਕਿਰਪਾਨਾਂ ਉੱਪਰ ਦੀ ਹੋਣਗੀਆਂ ਅਤੇ ਵੀਰਾਂ ਦੇ ਦਾੜੇ ਪ੍ਰਕਾਸ਼ ਹੋਣਗੇ। ਹਰ ਰੋਜ਼ ਬੱਸ ਵਿੱਚ ਬੈਠਣ ਤੋਂ ਪਿੱਛੋਂ ਹਰ ਪ੍ਰਾਣੀ ਨੂੰ 2 ਘੰਟੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨਾ ਪਵੇਗਾ। ਸਿਮਰਨ ਤੋਂ ਬਾਅਦ 21 ਪਾਠ ਬੇਨਤੀ ਚੌਪਈ ਸਾਹਿਬ ਦੇ ਸਾਰੀ ਸੰਗਤ ਜੋਟੀਆਂ ਵਿੱਚ ਕਰੇਗੀ। ਹਰ ਗੁਰ ਅਸਥਾਨ ਤੇ ਪੁੱਜ ਕੇ ਸਾਰੀ ਸੰਗਤ ਇਕੱਤਰ ਹੋ ਕੇ ਸੋ ਅਗਾਂਹ ਜ਼ਿਕਰ ਕੀਤਾ ਸ਼ਬਦ ਜੋਟੀਆਂ ਵਿੱਚ ਬੜੇ ਪਿਆਰ ਸਹਿਤ ਉੱਚੀ ਸੁਰ ਨਾਲ ਪੜ੍ਹਦੀ ਹੋਈ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਪੁੱਜੇਗੀ ਅਤੇ ਸ਼ਬਦ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਗੁਰ ਅਸਥਾਨ ਅੰਦਰ ਹੀ ਬੈਠ ਜਾਵੇਗੀ। ਉਹ ਸ਼ਬਦ ਕੀ ਸੀ? ਰਾਗ ਗੌੜੀ, ਪੂਰਬੀ ਮਹੱਲਾ 5ਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਉ, ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਣ ਦੂਰ ਤੇ ਆਈ। ਨਾ ਹਿਨ ਦਰਬ ਨਾ ਜੋਬਨ ਮਾਤੀ ਮੋਹਿ ਅਨਾਥ ਕੀ ਕਰੋ ਸਮਾਈ। ਖੋਜਤ ਖੋਜਤ ਭਈ ਬੈਰਾਗਣ ਪ੍ਰਭ ਦਰਸ਼ਨ ਕਹਉ ਫਿਰਤ ਤਸਾਈ। ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ। ਸੋ ਇਹ ਸ਼ਬਦ ਦਾ ਜੋਟੀਆਂ ਵਿੱਚ ਪਾਠ ਕਰਦੇ ਹੋਏ, ਜੋਟੀਆਂ ਵਿੱਚ ਜਾਪ ਕਰਦੇ ਹੋਏ ਸਾਰੀ ਸੰਗਤ ਗੁਰੂ ਹਜ਼ੂਰ ਪੁੱਜਦੀ ਤੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਗੁਰ ਅਸਥਾਨ ਅੰਦਰ ਬੈਠ ਕੇ 5-7 ਮਿੰਟ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰੇਗੀ। ਇਸ ਤੋਂ ਬਾਅਦ ਗੁਰਧਾਮ ਦੀ ਪ੍ਰਕਰਮਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇਸ ਸ਼ਲੋਕ ਦਾ ਬਾਰ-ਬਾਰ ਅੰਤਰ ਆਤਮੇ ਹਰ ਜਗਿਆਸੂ ਕਰਦਾ ਹੋਇਆ ਉਸ ਗੁਰ ਅਸਥਾਨ ਦੀ ਪ੍ਰਕਰਮਾ ਕਰੇਗਾ। ਫਿਰ ਇਸ ਇੱਕ ਸਥਾਨ ਤੇ ਸਾਰੀ ਸੰਗਤ ਇਕੱਤਰ ਹੋ ਕੇ ਬੇਨਤੀ ਚੌਪਈ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਵਿੱਚ ਕਰੇਗੀ ਤੇ ਉੱਥੇ ਹੀ ਉਸ ਪਾਵਨ ਅਸਥਾਨ ਦਾ ਇਤਿਹਾਸ ਕਿ ਸਤਿਗੁਰਾਂ ਨੇ ਜੀਵਾਂ ਦੇ ਭਲੇ ਦੀ ਖਾਤਰ ਇਸ ਅਸਥਾਨ ਤੇ ਕੀ ਕੌਤਕ ਕੀਤੇ ਉਹ ਸੁਣਾ ਦਿੱਤਾ ਜਾਵੇਗਾ। ਬੱਸ ਵਿੱਚੋਂ ਉਤਰ ਕੇ ਤੇ ਗੁਰ ਅਸਥਾਨ ਦੇ ਦਰਸ਼ਨ ਕਰਨ ਅਤੇ ਮੁੜ ਬੱਸ ਵਿੱਚ ਆਪੋ ਆਪਣੀਆਂ ਸੀਟਾਂ ਤੇ ਬੈਠਣ ਤੱਕ ਕੋਈ ਵੀ ਪ੍ਰਾਣੀ ਰੌਲਾ ਨਾ ਪਾਵੇ ਤੇ ਨਾ ਹੀ ਗੱਲਾਂ ਕਰੇਗਾ। ਹਰ ਬੱਸ ਵਿੱਚ ਪ੍ਰਬੰਧਕ ਨਿਯਤ ਕੀਤੇ ਜਾਣਗੇ। ਹਰ ਪ੍ਰਾਣੀ ਉਹਨਾਂ ਦੇ ਹੁਕਮ ਵਿੱਚ ਚੱਲੇਗਾ। ਜੋ ਸਮਾਂ ਇੱਕ ਪੜਾਅ ਤੋਂ ਦੂਸਰੇ ਪੜਾਅ ਨੂੰ ਚੱਲਣ ਲਈ ਦੱਸਿਆ ਜਾਵੇ, ਹਰ ਪ੍ਰੇਮੀ ਉਸ ਤੋਂ 5 ਮਿੰਟ ਪਹਿਲਾਂ ਆਪਣੀ ਸੀਟ ਤੇ ਬੈਠਣ ਲਈ ਹਾਜ਼ਰ ਹੋ ਜਾਵੇ। ਰਾਤ ਦੇ ਠਹਿਰਾਵ ਤੋਂ ਬਾਅਦ ਅਗਲੀ ਸਵੇਰ ਨੂੰ ਸਾਰਾ ਸਮਾਨ ਆਦਿ ਬੱਸਾਂ ਉੱਪਰ ਰੱਖ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਫਿਰ ਹੁਕਮਨਾਮਾ ਲੈ ਕੇ ਦੂਸਰੇ ਅਸਥਾਨ ਲਈ ਚਾਲੇ ਪਾਏ ਜਾਣਗੇ। ਉਪਰੋਕਤ ਨਿਯਮਾਂ ਦੇ ਅਨੁਸਾਰ ਸੰਗਤਾਂ ਨੂੰ ਬਾਬਾ ਜੀ ਨੇ ਵੱਖੋ ਵੱਖਰੇ ਗੁਰ ਅਸਥਾਨਾਂ ਦੀਆਂ 3 ਵਾਰ ਯਾਤਰਾ ਕਰਵਾਈ। ਪਹਿਲੀ ਯਾਤਰਾ 14 ਫਰਵਰੀ 1972 ਨੂੰ ਆਰੰਭ ਹੋਈ, ਜਿਸ ਵਿੱਚ ਇਸ ਤਰ੍ਹਾਂ ਪ੍ਰੋਗਰਾਮ ਅਨੁਸਾਰ ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਏ ਗਏ। 14 ਫਰਵਰੀ 1972 ਨੂੰ ਸਵੇਰੇ 6 ਵਜੇ ਦੇ ਕਰੀਬਨ ਸਰਬ ਸੰਗਤ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਇਕੱਤਰ ਹੋ ਕੇ ਅਰਦਾਸ ਕੀਤੀ ਤੇ ਹੁਕਮਨਾਮਾ ਲੈ ਕੇ ਗੁਰਦੁਆਰਾ ਰਾਮਪੁਰ ਖੇੜਾ ਤੋਂ ਚਾਲੇ ਪਾ ਦਿੱਤੇ। ਰਸਤੇ ਵਿੱਚ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਹਿੰਦ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸ਼ਹੀਦੀ ਅਸਥਾਨਾਂ ਨੂੰ ਪ੍ਰਣਾਮ ਕਰਕੇ ਰਾਤ ਦਾ ਟਿਕਾਣਾ ਪੌਂਟਾ ਸਾਹਿਬ ਜਾ ਕੀਤਾ। 15 ਫਰਵਰੀ 1972 ਨੂੰ ਜਿਸ ਅਸਥਾਨ ਤੇ ਕਲਗੀਧਰ ਪਿਤਾ ਜੀ ਨੇ 4.5 ਸਾਲ ਦਾ ਆਨੰਦਮਈ ਸਮਾਂ ਬਤੀਤ ਕੀਤਾ ਅਤੇ ਬੇਅੰਤ ਬਾਣੀਆਂ ਦੀ ਰਚਨਾ ਕੀਤੀ, ਕਵੀਆਂ ਪਾਸੋਂ ਬੇਅੰਤ ਸਾਹਿਤ ਰਚਵਾਇਆ ਅਤੇ ਸੰਸਕ੍ਰਿਤ ਭਾਸ਼ਾ ਦੇ ਗ੍ਰੰਥਾਂ ਦੇ ਉਲੱਥੇ ਬ੍ਰਿਜ ਭਾਸ਼ਾ ਵਿੱਚ ਕਰਵਾਏ ਅਤੇ ਹੋਰ ਬੇਅੰਤ ਪ੍ਰਕਾਰ ਦੇ ਕੌਤਕ ਕੀਤੇ, ਸਰਬ ਸੰਗਤਾਂ ਨੇ ਇਹਨਾਂ ਅਸਥਾਨਾਂ ਦੀ ਸ਼ੋਭ ਪ੍ਰਾਪਤ ਕਰਕੇ ਰਾਤ ਰਿਸ਼ੀਕੇਸ਼ ਵਿਸਰਾਮ ਕੀਤਾ। 16 ਫਰਵਰੀ 1972 ਨੂੰ ਰਿਸ਼ੀਕੇਸ਼ ਤੋਂ ਸਵੇਰੇ ਚੱਲ ਕੇ ਹਰਿਦੁਆਰ ਦੇ ਗੁਰ ਅਸਥਾਨਾਂ ਦੇ ਦਰਸ਼ਨ ਕਰਦੇ ਰਾਤ ਕਾਫੀ ਲੇਟ ਉਸ ਅਸਥਾਨ ਤੇ ਪੁੱਜੇ, ਜਿਸ ਦਾ ਨਾਂ ਕਿਸੇ ਸਮੇਂ ਤਾਂ ਗੋਰਖਮਤਾ ਸੀ, ਪਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਜੋਗੀਆਂ ਦਾ ਪਾਜ ਉਘੇੜਨ ਤੋਂ ਬਾਅਦ ਇਸ ਦਾ ਨਾਮ ਨਾਨਕ ਮਤਾ ਪ੍ਰਸਿੱਧ ਹੋਇਆ।
ਇਸ ਪਾਵਨ ਪਵਿੱਤਰ ਅਸਥਾਨ ਤੇ ਨਮਸਕਾਰ ਕਰਨ ਉਪਰੰਤ ਆਰਾਮ ਕੀਤਾ। 17 ਫਰਵਰੀ 1972 ਇਹ ਸਾਰਾ ਦਿਨ ਉਹਨਾਂ ਪਾਵਨ ਅਸਥਾਨਾਂ ਦੇ ਦਰਸ਼ਨ ਕਰਦਿਆਂ ਬੀਤਿਆ ਜਿੱਥੇ ਜੋਗੀਆਂ ਨਾਲ ਗੋਸ਼ਟ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾਮ ਦੀ ਵਡਿਆਈ ਨੂੰ ਉਜਾਗਰ ਕੀਤਾ। 18 ਫਰਵਰੀ 1972 ਨੂੰ ਸਵੇਰੇ ਨਾਨਕ ਮਤਾ ਸਾਹਿਬ ਤੋਂ ਚਾਲੇ ਪਾ ਕੇ ਰਾਤ ਲਖਨਊ ਦੇ ਇੱਕ ਗੁਰਦੁਆਰਾ ਸਾਹਿਬ ਕੱਟੀ। 19 ਫਰਵਰੀ ਨੂੰ ਸਵੇਰੇ ਲਖਨਊ ਤੋਂ ਚੱਲ ਕੇ ਸਰਜੂ ਨਦੀ ਦੇ ਕੰਢੇ ਸਤਿਗੁਰਾਂ ਦੀ ਚਰਨ ਛੋਹ ਨਾਲ ਪ੍ਰਾਪਤ ਹੋਈ ਭੂਮੀ ਉੱਤੇ ਲੰਗਰ ਛਕ ਕੇ ਰਾਤ ਬਨਾਰਸ ਪੁੱਜ ਗਏ, ਜਿੱਥੇ ਸਤਿਗੁਰੂ ਨਾਨਕ ਦੇਵ ਜੀ ਨੇ ਪੰਡਤ ਗੋਪਾਲ ਦਾਸ ਨਾਲ ਚਰਚਾ ਕੀਤੀ ਸੀ ਤੇ ਸੰਸਕ੍ਰਿਤ ਭਾਸ਼ਾ ਵਿੱਚ ਬਾਣੀ ਉਚਾਰ ਕੇ ਨਾਮ ਜਪਣ ਦਾ ਉਪਦੇਸ਼ ਦਿੱਤਾ ਸੀ। 20 ਫਰਵਰੀ 1972 ਨੂੰ ਬਨਾਰਸ ਦੇ ਗੁਰ ਅਸਥਾਨਾਂ ਦੀ ਯਾਤਰਾ ਕਰਕੇ ਉਸ ਅਸਥਾਨ ਵੱਲ ਕੂਚ ਕੀਤਾ ਜਿਸ ਪ੍ਰਤੀ 10ਵੇਂ ਗੁਰਦੇਵ ਜੀ ਨੇ ਉਚਾਰਨ ਕੀਤਾ ਹੈ ਕਿ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਭਾਵ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਜਨਮ ਅਸਥਾਨ ਅਤੇ ਖਾਲਸੇ ਦੇ ਪੂਜਨੀਕ ਤਖਤ ਸਾਹਿਬ ਤੇ ਪੁੱਜ ਕੇ ਸੰਗਤਾਂ ਨੇ ਨਮਸਕਾਰ ਕੀਤੀ ਅਤੇ ਪਟਨਾ ਸਾਹਿਬ ਦੇ ਅਸਥਾਨ ਤੇ ਹੀ 2 ਰਾਤਾਂ ਅਤੇ 1 ਦਿਨ ਬਾਲਾ ਪ੍ਰੀਤਮ ਜੀ ਦੇ ਚੋਜੀ ਅਸਥਾਨਾਂ ਦੇ ਦਰਸ਼ਨ ਕੀਤੇ। 22 ਫਰਵਰੀ 1972 ਨੂੰ ਸਵੇਰ ਦੇ ਦੀਵਾਨ ਦੀ ਹਾਜ਼ਰੀ ਤਖਤ ਸਾਹਿਬ ਤੇ ਭਰ ਕੇ ਉਪਰੰਤ ਰਾਜਗੀਰ ਬੁੱਧ ਗਿਆ ਦਰਸ਼ਨ ਕਰਕੇ ਰਾਤ ਸਤਿਗੁਰੂ ਜੀ ਦੇ ਅਨੰਨ ਸਿੱਖ ਚਾਚਾ ਫੱਗੂ ਮੱਲ ਜੀ ਦੇ ਅਸਥਾਨ ਤੇ ਟਿਕਾਣਾ ਕੀਤਾ। 23 ਫਰਵਰੀ 1972 ਨੂੰ ਸਸਾਰਾਮ ਦੇ ਇਸ ਅਸਥਾਨ ਤੋਂ ਚੱਲ ਕੇ ਰਾਤ ਰੀਵੇ ਬਤੀਤ ਕੀਤੀ। 24 ਫਰਵਰੀ 1972 ਨੂੰ ਰੀਵਾ ਤੋਂ ਚੱਲ ਕੇ ਸਾਰੀ ਸੰਗਤ ਉਸ ਅਸਥਾਨ ਤੇ ਪੁੱਜੀ ਜਿਸ ਅਸਥਾਨ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਦ੍ਰਿਸ਼ਟੀ ਨਾਲ ਕੌਡਾ ਰਾਖਸ਼ ਆਪਣੀ ਰਾਖਸ਼ ਬੁੱਧੀ ਤਿਆਗ ਕੇ ਗੁਰੂ ਕਾ ਸਿੱਖ ਬਣਿਆ ਅਤੇ ਸਿੱਖੀ ਧਾਰ ਕੇ ਹੋਰ ਅਨੇਕਾਂ ਦਾ ਭਲਾ ਕੀਤਾ। ਭਾਵ ਗੁਰਦੁਆਰਾ ਮੜਾਤਾਲ ਜੱਬਲਪੁਰ ਟਿਕਾਣਾ ਕੀਤਾ। 25 ਫਰਵਰੀ 1972 ਗੁਰਦੁਆਰਾ ਮੜਾਤਾਲ ਜੱਬਲਪੁਰ ਤੋਂ ਚੱਲ ਕੇ ਰਾਤ ਗੁਰੂ ਨਾਨਕ ਦਰਬਾਰ ਨਾਗਪੁਰ ਟਿਕਾਣਾ ਕੀਤਾ। ਇੱਥੇ ਸੰਗਤ ਨੇ ਬਹੁਤ ਨਿੱਘਾ ਪਿਆਰ ਬਖਸ਼ਿਸ਼ ਕੀਤਾ। 26 ਫਰਵਰੀ 1972 ਨੂੰ ਸਵੇਰੇ ਦੀਵਾਨ ਦੀ ਹਾਜ਼ਰੀ ਭਰਨ ਉਪਰੰਤ ਅਰਦਾਸ ਕਰਕੇ ਉਸ ਅਸਥਾਨ ਵੱਲ ਚਾਲੇ ਪਾਏ ਜਿਸ ਅਸਥਾਨ ਦੇ ਦਰਸ਼ਨ ਕਰਨ ਲਈ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਸੀ, ਭਾਵ ਤਖਤ ਸ੍ਰੀ ਅਬਚਲ ਨਗਰ ਨੰਦੇੜ ਹਜੂਰ ਸਾਹਿਬ, ਜਿੱਥੇ ਕਿ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਖਣ ਆਇਓ ਜਗਤ ਤਮਾਸ਼ਾ ਦੀ ਲੀਲਾ ਨੂੰ ਵੇਖ ਕੇ ਪੁੱਜ ਗਏ ਸਨ ਅਤੇ ਇਸ ਅਸਥਾਨ ਤੇ ਹੀ ਅੰਤਮ ਚੋਜ ਕਰਕੇ ਖਾਲਸੇ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਦਾ ਲਈ ਲਾ ਕੇ ਆਪਣੇ ਪੰਜਭੂਤਕ ਸਰੀਰ ਨੂੰ ਸੰਕੋਚ ਲਿਆ। ਉਸ ਅਸਥਾਨ ਤੇ ਸਾਰੀ ਸੰਗਤ ਨੇ ਪੁੱਜ ਕੇ ਨਮਸਕਾਰ ਕੀਤੀ ਅਤੇ ਆਰਾਮ ਕੀਤਾ। 27 ਫਰਵਰੀ 1972 ਨੂੰ ਤਖਤ ਸ੍ਰੀ ਸੱਚਖੰਡ ਜੀ ਦੇ ਦਰਸ਼ਨ ਕਰਕੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਜਾ ਨਮਸਕਾਰ ਕੀਤੀ ਅਤੇ ਇੱਥੇ ਇਕਾਂਤ ਵਿੱਚ ਟਿਕਾਣਾ ਕਰਕੇ ਆਨੰਦ ਮਾਣਿਆ। ਇਸ ਅਸਥਾਨ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਨਾਲ ਸੁੱਕੇ ਪਹਾੜ ਵਿੱਚੋਂ ਨਿਰਮਲ ਪਵਿੱਤਰ ਜਲ ਦਾ ਚਸ਼ਮਾ ਪ੍ਰਗਟ ਹੋਇਆ ਜੋ ਅਜੇ ਤੱਕ ਨਿਰੰਤਰ ਜਾਰੀ ਹੈ। 28 ਫਰਵਰੀ 1972 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚੋਂ ਵਿਦਾਇਗੀ ਲੈ ਕੇ ਵਾਪਸ ਸ੍ਰੀ ਹਜੂਰ ਸਾਹਿਬ ਪੁੱਜ ਗਏ ਤੇ ਰਾਤ ਇੱਥੇ ਹੀ ਸਾਰੀ ਸੰਗਤ ਨੇ ਵਿਸ਼ਰਾਮ ਕੀਤਾ। 1 ਮਾਰਚ ਤੇ 2 ਮਾਰਚ 1972 ਨੂੰ ਸੰਗਤਾਂ ਨੂੰ ਸਤਿਗੁਰੂ ਜੀ ਦੇ ਆਖਰੀ ਚੋਜਾਂ ਦੀ ਯਾਦ ਦਿਵਾਉਂਦੇ ਗੁਰ ਅਸਥਾਨ ਭਾਵ ਗੁਰਦੁਆਰਾ ਨਕੀਨਾ ਘਾਟ, ਗੁਰਦੁਆਰਾ ਹੀਰਾ ਘਾਟ, ਗੁਰਦੁਆਰਾ ਸ਼ਿਕਾਰ ਘਾਟ, ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ, ਗੁਰਦੁਆਰਾ ਸੰਗਤ ਸਾਹਿਬ, ਗੁਰਦੁਆਰਾ ਬੰਦਾ ਘਾਟ, ਗੁਰਦੁਆਰਾ ਮਾਲ ਟੇਕਰੀ ਸਾਹਿਬ, ਗੁਰਦੁਆਰਾ ਰਤਨਗੜ੍ਹ ਸਾਹਿਬ, ਗੁਰਦੁਆਰਾ ਨਾਨਕਸਰ ਇਤਆਦਿਕ ਦੇ ਦਰਸ਼ਨ ਸਾਰੀਆਂ ਸੰਗਤਾਂ ਨੇ ਬਾਬਾ ਜੀ ਦੇ ਨਾਲ ਕੀਤੇ। 3 ਮਾਰਚ 1972 ਨੂੰ ਸਾਰੀ ਸੰਗਤ ਨੇ ਅੰਮ੍ਰਿਤ ਵੇਲੇ ਤੋਂ ਬੜੇ ਵੈਰਾਗ ਵਿੱਚ 8 ਵਜੇ ਤੱਕ ਤਖਤ ਸਾਹਿਬ ਦੇ ਦੀਵਾਨ ਦੀ ਹਾਜ਼ਰੀ ਭਰੀ ਅਤੇ ਫਿਰ ਤਖਤ ਸਾਹਿਬ ਤੇ ਅਰਦਾਸਾ ਕਰਕੇ ਰਾਤ ਗੁਰਦੁਆਰਾ ਗੁਪਤਸਰ ਸਾਹਿਬ ਮਨਮਾੜ, ਜਿਸ ਨੂੰ ਸ੍ਰੀ ਹਜੂਰ ਸਾਹਿਬ ਜੀ ਦੀ ਡਿਊਟੀ ਵੀ ਕਿਹਾ ਜਾਂਦਾ ਹੈ, ਇੱਥੇ ਆ ਟਿਕਾਣਾ ਕੀਤਾ। 4 ਮਾਰਚ 1972 ਨੂੰ ਗੁਰਦੁਆਰਾ ਗੁਪਤਸਰ ਤੋਂ ਚੱਲ ਕੇ ਰਾਤ ਗੁਰਦੁਆਰਾ ਸਿੰਘ ਸਭਾ ਦਾਦਰ ਬੰਬਈ ਪੁੱਜੇ। 5 ਮਾਰਚ 1972 ਨੂੰ ਸਾਰਾ ਦਿਨ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਦੇ ਹੁਕਮ ਅਨੁਸਾਰ ਕਾਦਰ ਦੀ ਕੁਦਰਤ ਜੋ ਕਿ ਤਰ੍ਹਾਂ ਤਰ੍ਹਾਂ ਦੇ ਜੀਵਾਂ ਜੋ ਮਛਲੀ ਘਰ ਤੇ ਚਿੜੀਆ ਘਰ ਸਨ ਅਤੇ ਸਮੁੰਦਰ ਦੇ ਨਜ਼ਾਰਿਆਂ ਵਿੱਚ ਵਰਤ ਰਹੀ ਸੀ, ਇਸ ਨੂੰ ਸਾਰੀ ਸੰਗਤ ਨੇ ਮਾਣਿਆ ਤੇ ਰਾਤ ਗੁਰਦੁਆਰਾ ਸਿੰਘ ਸਭਾ ਦਾਦਰ ਹੀ ਟਿਕਾਣਾ ਕੀਤਾ। 6 ਮਾਰਚ 1972 ਨੂੰ ਗੁਰਦੁਆਰਾ ਸਿੰਘ ਸਭਾ ਦਾਦਰ ਬੰਬਈ ਤੋਂ ਚੱਲ ਕੇ ਗੁਰਦੁਆਰਾ ਸਿੰਘ ਸਭਾ ਧੁਲੀਆ ਰਾਤ ਵਿਸ਼ਰਾਮ ਕੀਤਾ। 7 ਮਾਰਚ 1972 ਨੂੰ ਧੁਲੀਆ ਤੋਂ ਚੱਲ ਕੇ ਨਾਸਕ ਹੁੰਦੇ ਹੋਏ ਗੁਰਦੁਆਰਾ ਇਮਲੀ ਸਾਹਿਬ ਪਾਤਸ਼ਾਹ ਪਹਿਲੀ ਇੰਦੌਰ ਵਿਖੇ ਹਾਜ਼ਰ ਹੋਏ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਇਤਿਹਾਸ ਸਰਵਣ ਕਰਕੇ ਤੇ ਲੰਗਰ ਛਕ ਕੇ ਬਰਾਜ ਗਏ। 8 ਮਾਰਚ 1972 ਨੂੰ ਇੰਦੌਰ ਤੋਂ ਚੱਲ ਕੇ ਗੁਰਦੁਆਰਾ ਸਿੰਘ ਸਭਾ ਗੂਨਾ ਦੇਰ ਰਾਤ ਨਾਲ ਪੁੱਜੇ।
9 ਮਾਰਚ 1972 ਨੂੰ ਗੂਨੇ ਤੋਂ ਚੱਲ ਕੇ ਸ਼ਾਮ ਨੂੰ ਗਵਾਲੀਅਰ ਵਿਖੇ ਗੁਰਦੁਆਰਾ ਬੰਦੀ ਛੋੜ ਪਾਤਸ਼ਾਹੀ ਛੇਵੀਂ ਪੁੱਜ ਕੇ ਦਰਸ਼ਨ ਦੀਦਾਰ ਕੀਤੇ। 10 ਮਾਰਚ 1972 ਨੂੰ ਛੇਵੇਂ ਸਤਿਗੁਰਾਂ ਦੇ ਚਰਨਾਂ ਵਿੱਚੋਂ ਵਿਦਾਇਗੀ ਲੈ ਕੇ ਆਗਰਾ ਵਿਖੇ 9ਵੇਂ ਸਤਿਗੁਰਾਂ ਦੇ ਅਸਥਾਨਾਂ ਦੇ ਦਰਸ਼ਨ ਕਰਕੇ ਰਾਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਪੁੱਜ ਗਏ। 11 ਮਾਰਚ 1972 ਨੂੰ ਸਾਰਾ ਦਿਨ ਸੰਗਤ ਨੇ ਦਿੱਲੀ ਦੇ ਸਮੁੱਚੇ ਗੁਰ ਅਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ ਤੇ ਰਾਤ ਦਾ ਟਿਕਾਣਾ ਫੇਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਆ ਕੀਤਾ। 12 ਮਾਰਚ 1972 ਇਹ ਯਾਤਰਾ ਦਾ ਆਖਰੀ ਦਿਨ ਸੀ। ਗੁਰਦੁਆਰਾ ਸੀਸਗੰਜ ਸਾਹਿਬ ਤੋਂ ਚੱਲ ਕੇ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੇ ਗੁਰਦੁਆਰਾ ਆਲਮਗੀਰ ਲੁਧਿਆਣਾ ਦੇ ਦਰਸ਼ਨ ਕਰਦੇ ਹੋਏ ਸਫਲ ਭਈ ਸਫਲ ਯਾਤਰਾ ਅਨੁਸਾਰ ਇਸ ਆਨੰਦਮਈ ਯਾਤਰਾ ਨੂੰ ਗੁਰ ਅਸਥਾਨਾਂ ਦੀ ਚਰਨ ਧੂੜੀ ਪਰਸ ਕੇ ਸਫਲ ਕੀਤਾ ਤੇ ਵਾਪਸ ਰਾਤ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਪੁੱਜ ਗਏ। ਕਰੀਬਨ ਉਪਰੋਕਤ ਯਾਤਰਾ ਦੇ ਪ੍ਰੋਗਰਾਮ ਮੁਤਾਬਕ ਹੀ 1976 ਈਸਵੀ ਅਤੇ 1979 ਈਸਵੀ ਨੂੰ ਵੀ ਸਰਬ ਸੰਗਤ ਨੂੰ ਨਾਲ ਲੈ ਕੇ ਬਾਬਾ ਜੀ ਇਹਨਾਂ ਗੁਰ ਅਸਥਾਨਾਂ ਦੀ ਚਰਨ ਧੂੜੀ ਪਰਸਣ ਲਈ ਗਏ। ਇਸ ਤੋਂ ਇਲਾਵਾ ਸਮੇਂ-ਸਮੇਂ ਪੰਜਾਬ ਦੇ ਸਾਰੇ ਗੁਰ ਅਸਥਾਨਾਂ ਦੇ ਵੀ ਦਰਸ਼ਨ ਦੀਦਾਰੇ ਕੀਤੇ ਤੇ ਕਰਵਾਏ। 20 ਅਗਸਤ 1975 ਨੂੰ ਸਰਬ ਸੰਗਤ ਨਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪੋ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਉਦਮ ਕੀਤਾ ਅਤੇ ਸੰਗਤਾਂ ਨੇ ਲਾਹੇ ਪ੍ਰਾਪਤ ਕੀਤੇ। ਸਾਰੀਆਂ ਯਾਤਰਾਵਾਂ ਭਾਵੇਂ ਉਹ ਸ੍ਰੀ ਹਜੂਰ ਸਾਹਿਬ ਦੀ ਸੀ, ਭਾਵੇਂ ਸ੍ਰੀ ਹੇਮਕੁੰਟ ਸਾਹਿਬ ਦੀ ਜਾਂ ਪੰਜਾਬ ਦੇ ਗੁਰਧਾਮਾਂ ਦੀ, ਸਰਬ ਸੰਗਤ ਨੂੰ ਗੁਰ ਅਸਥਾਨਾਂ ਦੀ ਚਰਨ ਧੂੜੀ ਪਰਸਨ ਤੋਂ ਇਲਾਵਾ ਨਾਮ ਬਾਣੀ ਸਿਮਰਨ ਦੁਆਰਾ ਬੇਅੰਤ ਲਾਹਾ ਮਿਲਿਆ। ਬਹੁਤੇ ਪ੍ਰੇਮੀ ਬਿਲਾਸ ਨਾਲ ਇਹ ਕਹਿੰਦੇ ਸੁਣੇ ਜਾ ਸਕਦੇ ਸਨ ਕਿ ਬਾਕੀ ਦੀ ਆਜੂ ਦਾ ਤਾਂ ਸਾਨੂੰ ਪਤਾ ਨਹੀਂ ਕਿ ਕਿੰਨਾ ਕੁ ਸਮਾਂ ਸਫਲ ਹੋਇਆ ਹੈ, ਪਰ ਇਹ ਜੋ ਯਾਤਰਾ ਦਾ ਸਮਾਂ ਬਾਬਾ ਜੀ ਦੇ ਨਾਲ ਰਹਿ ਕੇ ਸੰਗਤ ਵਿੱਚ ਬਤੀਤ ਕੀਤਾ ਹੈ, ਇਸ ਦਾ ਫਲ ਤਾਂ ਅਸੀਂ ਸਤਿਗੁਰੂ ਜੀ ਪਾਸੋਂ ਜ਼ੋਰ ਨਾਲ ਵੀ ਲੈ ਲੈਣਾ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਵਿੱਚ ਸਿਵਾਏ ਗੁਰਬਾਣੀ ਜਾਂ ਨਾਮ ਸਿਮਰਨ ਦੇ ਕੋਈ ਵੀ ਹੋਰ ਸੰਸਾਰਕ ਗੱਲ ਨਹੀਂ ਕੀਤੀ ਤੇ ਨਾ ਹੀ ਪਤਾ ਰਿਹਾ ਹੈ ਕਿ ਬਾਕੀ ਸੰਸਾਰ ਵਿੱਚ ਕੀ ਵਰਤ ਰਿਹਾ ਹੈ। ਪਿੱਛੇ ਬਾਕੀ ਪਰਿਵਾਰ ਦੀ ਯਾਦ ਵੀ ਭੁੱਲੀ ਰਹੀ। ਸੰਗਤ ਦਾ ਆਪਸੀ ਪਿਆਰ ਇੰਨਾ ਹੁੰਦਾ ਸੀ ਕਿ ਹਰ ਯਾਤਰਾ ਤੋਂ ਪਿੱਛੋਂ ਵਿਦਾਇਗੀ ਲੈਣ ਵੇਲੇ ਦਾ ਦ੍ਰਿਸ਼ ਵੀ ਵੇਖਣ ਵਾਲਾ ਹੁੰਦਾ ਸੀ। ਹਰ ਇੱਕ ਦੀ ਅੱਖ ਵਿੱਚ ਪ੍ਰੇਮ, ਬੈਰਾਗ, ਬਿਰਹੋਂ ਦੇ ਹੰਝੂ ਹੁੰਦੇ। ਵਿਛੜਨ ਨੂੰ ਮਨ ਨਾ ਕਰਦਾ। ਹਰ ਯਾਤਰੀ ਗੁਰ ਅਸਥਾਨਾਂ ਦੀ ਯਾਤਰਾ ਤੋਂ ਬਾਅਦ ਇਹ ਮਹਿਸੂਸ ਕਰਦਾ ਕਿ ਮੈਂ ਗੁਰ ਅਸਥਾਨਾਂ ਦੇ ਦਰਸ਼ਨਾਂ ਦੇ ਨਾਲ-ਨਾਲ ਕਾਫੀ ਸਾਰਾ ਆਤਮਿਕ ਲਾਹਾ ਲੈ ਕੇ ਘਰ ਚੱਲਿਆ ਹਾਂ। ਵਿਦੇਸ਼ ਯਾਤਰਾ। ਬਾਬਾ ਜੀ ਨਾਲ ਪਿਆਰ ਰੱਖਣ ਵਾਲੇ ਗੁਰਸਿੱਖ ਜੋ ਕਿ ਵਿਦੇਸ਼ਾਂ ਵਿੱਚ ਵਸਦੇ ਸਨ, ਉਹਨਾਂ ਜਦ ਵੀ ਬਾਬਾ ਜੀ ਨੂੰ ਮਿਲਣ ਆਉਣਾ ਤਦ ਬੇਨਤੀ ਕਰਨੀ ਕਿ ਆਪ ਜੀ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਸਮਾਂ ਕੱਢ ਕੇ ਸਾਡੇ ਪਾਸ ਵਿਦੇਸ਼ ਆਓ, ਤਾਂ ਜੋ ਅਸੀਂ ਵੀ ਆਪ ਜੀ ਦੀ ਸੰਗਤ ਦਾ ਆਨੰਦ ਮਾਣ ਸਕੀਏ ਅਤੇ ਹੋਰ ਪ੍ਰੇਮੀ ਵੀ ਆਪ ਜੀ ਨਾਲ ਗੁਰਮਤਿ ਸਾਂਝ ਬਣਾ ਕੇ ਸਤਿਗੁਰੂ ਜੀ ਦੀ ਗੁਰਸਿੱਖੀ ਨੂੰ ਧਾਰ ਕੇ ਆਪਣਾ ਜਨਮ ਸਫਲਾ ਕਰ ਸਕਣ। ਇਸੇ ਪ੍ਰਕਾਰ ਦੀਆਂ ਬੇਨਤੀਆਂ ਪੱਤਰਾਂ ਰਾਹੀਂ ਵੀ ਪੁੱਜਦੀਆਂ ਰਹਿੰਦੀਆਂ। ਪਿਆਰ ਅਤੇ ਖਿੱਚ ਇੱਕ ਅਜਿਹੀ ਚੀਜ਼ ਹੈ ਜੋ ਹਜ਼ਾਰਾਂ ਮੀਲਾਂ ਤੋਂ ਵੀ ਆਪਣਾ ਅਸਰ ਪਾਉਂਦੀ ਹੈ। ਸੋ ਇਸੇ ਪ੍ਰਕਾਰ ਵਿਦੇਸ਼ ਵਿੱਚ ਵਸਦੇ ਪ੍ਰੇਮੀਆਂ ਦੀ ਖਿੱਚ ਸਦਕਾ ਅਤੇ ਉਹਨਾਂ ਦੇ ਪਿਆਰ ਨੂੰ ਪੂਰਾ ਕਰਨ ਲਈ ਬਾਬਾ ਜੀ ਨੇ 3 ਵਾਰ ਇੰਗਲੈਂਡ, ਅਮਰੀਕਾ ਤੇ ਕੈਨੇਡਾ ਦੀ ਯਾਤਰਾ ਕੀਤੀ। ਘਰਾਂ ਤੇ ਗੁਰ ਅਸਥਾਨਾਂ ਵਿੱਚ ਜਾ ਕੇ ਸੰਗਤਾਂ ਨੂੰ ਗੁਰਮਤਿ ਗਾਡੀ ਰਾਹ ਤੋਂ ਜਾਣੂ ਕਰਵਾਇਆ ਅਤੇ ਗੁਰੂ ਉਪਦੇਸ਼ ਦੇ ਦ੍ਰਿੜ ਧਾਰਨੀ ਬਣਨ ਹਿੱਤ ਪ੍ਰੇਰਨਾ ਦਿੱਤੀ। ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ। 1981 ਦੀ ਵਿਦੇਸ਼ ਯਾਤਰਾ ਸਮੇਂ 3 ਮੁਲਕਾਂ ਦੀ ਯਾਤਰਾ ਦੌਰਾਨ ਬਾਬਾ ਜੀ ਨੇ ਆਪਣੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ ਨੂੰ ਵੀ ਨਾਲ ਹੀ ਖੜਿਆ। ਕਈ ਇੱਕ ਪ੍ਰੇਮੀਆਂ ਦੇ ਗੁਰਮਤਿ ਪ੍ਰਤੀ ਜੋ ਸ਼ੰਕੇ ਸਨ, ਬਾਬਾ ਜੀ ਨੇ ਉਹ ਆਪਣੇ ਅਨੁਭਵੀ ਤਜਰਬੇ ਤਥਾ ਗੁਰਬਾਣੀ ਦੇ ਆਧਾਰ ਤੇ ਨਿਵਰਤ ਕੀਤੇ। ਜਿਸ ਵੀ ਪਰਿਵਾਰ ਵਿੱਚ ਬਾਬਾ ਜੀ ਗਏ, ਥੋੜਾ ਸਮਾਂ ਬਾਅਦ ਹੀ ਸਤਿਗੁਰੂ ਜੀ ਨੇ ਉਸ ਪ੍ਰੇਮੀ ਨੂੰ ਆਪਣੀ ਸਭ ਤੋਂ ਪਿਆਰੀ ਗੁਰਸਿੱਖੀ ਦੀ ਦਾਤ ਬਖਸ਼ ਦਿੱਤੀ। ਗੁਰੂ ਪ੍ਰੇਰਨਾ ਸਦਕਾ ਬਾਬਾ ਜੀ ਨੇ ਜਿੱਥੇ ਦੇਸ਼ ਵਿੱਚ ਵਿਚਰ ਕੇ ਗੁਰੂ ਹੁਕਮ ਗੁਰਮਤਿ ਦਾ ਸੰਦੇਸ਼ਾ ਦਿੱਤਾ, ਉੱਥੇ ਵਿਦੇਸ਼ ਵਿੱਚ ਵਸਦੇ ਪ੍ਰੇਮੀਆਂ ਨੂੰ ਵੀ ਗੁਰੂ ਦੇ ਲੜ ਲਾਇਆ।